ਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਿਆਨਹੀਨ ਅਗਿਆਨ ਮਹਿ, ਨਹ ਜਾਣਹਿ ਨਿਜ ਕਾਲ। ਨੈਣਹੀਨ ਜੋ ਜਾਤ ਹੈ, ਸਾ ਮੋਹਿ ਸਰਪ ਵਿਸਾਲ। ਗਿਆਨਹੀਨ ਅਗਿਆਨ ਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਾਹਿਬੇ ਕਮਾਲ, ਵਾਲੀਏ ਦੋ ਜਹਾਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਕੇ ਬੋਹਿਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਹੋ, ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਗੁਰੂ ਜੀ ਕੀ ਧੁਰ ਕੀ ਬਾਣੀ ਸਰਵਣ ਕਰਕੇ ਇਸ ਮਨੁੱਖਾ ਜਨਮ ਵਿੱਚ ਲਾਹਾ ਲੈ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਇਤਿਹਾਸ ਦੀ ਕਥਾ ਦਾ ਹੁਣ ਸਮਾਂ ਹੋਇਆ ਹੈ। ਜੋ ਸਤਿਗੁਰੂ ਨਾਨਕ ਸਾਹਿਬ ਜੀ
ਗੋਪਾਲ ਪਾਂਧੇ ਦੇ ਪ੍ਰਤੀ ਉਪਦੇਸ਼ ਕਰਕੇ ਉਸ ਦੇ ਰਾਹੀਂ ਸਾਨੂੰ ਵੀ ਸਿੱਖਿਆ ਦਿੱਤੀ। ਗੁਰੂ ਮਹਾਰਾਜ ਜੀ ਨੂੰ ਜਦੋਂ ਗੋਪਾਲ ਪਾਂਧੇ ਨੇ ਲੇਖੇ ਜੋਖੇ ਬਾਰੇ ਕਿਹਾ ਵੀ ਤੁਸੀਂ ਇਹ ਪੜ੍ਹਾਈ ਪੜ੍ਹ ਲਓ, ਤੁਹਾਡੇ ਕੰਮ ਆਵੇਗੀ, ਗੁਰੂ ਨਾਨਕ ਸਾਹਿਬ ਜੀ ਨੇ ਗੋਪਾਲ ਪਾਂਧੇ ਨੂੰ ਕਿਹਾ ਕਿ ਲੇਖਾ ਕਿਸ ਕੰਮ ਹੈ ਇਹ ਪੜ੍ਹਾਈ ਜੋ ਅਗਲੇ ਪਾਸੇ ਛੁਟਕਾਰਾ ਨਹੀਂ ਕਰਾ ਸਕਦੀ। ਉਹ ਲੇਖਾ ਪੜ੍ਹਾਓ ਜੇ ਤੁਸੀਂ ਆਪ ਪੜ੍ਹੇ ਹੋਏ ਹੋ, ਜਿਹੜਾ ਕੋਈ ਬੁੱਧੀਮਾਨ ਲੇਖਾ ਪੜ੍ਹਦੇ ਹੈ। ਗੋਪਾਲ ਪਾਂਧਾ ਆਸ਼ਚਰਜ ਹੋ ਗਿਆ ਤੇ ਕਹਿਣ ਲੱਗਾ ਵੀ ਉਹ ਕਿਹੜਾ ਲੇਖਾ ਹੈ। ਗੁਰੂ ਮਹਾਰਾਜ ਜੀ ਨੇ ਸ੍ਰੀ ਰਾਗ ਮਹੱਲ ਪਹਿਲਾ ਸ਼ਬਦ ਉਚਾਰਨ ਕੀਤਾ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਇਹ ਸ਼ਬਦ ਰਾਹੀਂ ਸਿੱਖਿਆ ਦਿੱਤੀ। ਜਦੋਂ ਇਹ ਧੁਰਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਗੋਪਾਲ ਪਾਂਧਾ, ਉੱਥੇ ਆਸ਼ਚਰਜ ਹੋ ਗਿਆ। ਸੋਚਦਾ ਹੈ ਉਹ ਬਚਨਾਂ ਦੀ ਵਿਚਾਰ ਕਰਕੇ ਕਿ ਜਿਵੇਂ ਦੂਜ ਦਾ ਚੰਦਰਮਾ ਹੁੰਦਾ ਹੈ, ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਭਾਵੇਂ ਅੱਜ ਬਾਲਕ ਰੂਪ ਵਿੱਚ ਦੂਜ ਦੇ ਚੰਦਰਮਾ ਵਾਂਗ ਛੋਟੇ ਹੈ, ਪਰ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਵਾਂਗ ਇਹਦੇ ਬਚਨ ਮਹਾਨ ਹੈ। ਚਿੱਤ ਨੂੰ ਚਕੋਰ ਕਰਕੇ ਸਤਿਗੁਰੂ ਜੀ ਦੇ ਬਚਨ ਇਹ ਹੋਰ ਸੁਣਨ ਦੀ ਚਾਹਨਾ ਜਾਗੀ। ਕਹਿਣ ਲੱਗਾ ਮਹਾਰਾਜ ਮੈਂ ਵੇਖਿਆ ਹੈ ਕਿ ਜਿਹੜੇ ਸ੍ਰੇਸ਼ਟ ਭਗਤ ਜਨ ਹੈ ਉਹ ਪਰਮੇਸ਼ਰ ਦੇ ਨਾਮ ਭਜਨ ਸਿਮਰਨ ਭੋਜਨ ਨਾਮ ਰੂਪੀ ਭੋਜਨ ਰੂਪੀ ਜਲ ਵਿੱਚ ਹੀ ਉਹ ਮਸਤ ਰਹਿੰਦੇ ਹੈ। ਪਰ ਬਹੁਤਾ ਵੇਖੇ ਜਾਂਦੇ ਹੈ ਕਿ ਜਿਹੜੇ ਨਾਮ ਜਪਣ ਵਾਲੇ ਹੈ ਉਹ ਕੰਗਲੇ ਕੰਗਾਲ ਜਿਹੇ ਹੁੰਦੇ ਹੈ। ਦੇਖੇ ਸੁਣੇ ਮੈਂ ਵੇਖੇ ਵੀ ਹੈ ਦੁਨੀਆ ਵਿੱਚ ਤੇ ਦੇਖੇ ਵੀ ਹੈ। ਨਾ ਉਹਨਾਂ ਨੂੰ ਪਾਉਣ ਵਾਸਤੇ ਚੰਗਾ ਕੱਪੜਾ ਮਿਲਦਾ ਹੈ, ਨਾ ਖਾਣ ਵਾਸਤੇ ਚੰਗਾ ਖਾਣਾ। ਇਵੇਂ ਉਹ ਠੂਠੇ ਜੇ ਫੜ ਫੜ ਕੇ ਮੰਗਤਾਂ ਕੇ ਉਹ ਗੁਜ਼ਾਰਾ ਕਰਦੇ ਹੈ। ਭਜਨ ਸਿਮਰਨ ਵਾਲੇ ਜੇ ਕਿਤੇ ਖਾਣ ਨੂੰ ਆ ਗਿਆ ਤੇ ਮਿਲ ਗਿਆ ਤੇ ਖਾ ਲੈਂਦੇ ਹੈ, ਨਹੀਂ ਤਾਂ ਉਹ ਭਜਨ ਸਿਮਰਨ ਵਾਲੇ ਤੇ ਭੁੱਖੇ ਮਰਦੇ। ਇਹੋ ਜਿਹੇ ਵੇਖ ਕੇ ਮੇਰੀ ਮਹਾਰਾਜ ਸ਼ਰਧਾ ਨਾਸ ਹੋ ਗਈ ਹੈ ਕਿ ਜੇ ਆ ਭਜਨ ਸਿਮਰਨ ਕਰਕੇ ਆ ਭੁੱਖੇ ਧਿਆਏ ਮਰਨਾ ਤੇ ਫਿਰ ਕੀ ਜ਼ਰੂਰਤ ਹੈ। ਬਾਕੀ ਜਿਹੜਾ ਮਰਨਾ ਮਰਾਉਣਾ ਹੈ ਇਹ ਤੇ ਸਾਰਿਆਂ ਦੇ ਸਿਰ ਤੇ ਇੱਕ ਹੀ ਹੈ, ਭਾਵੇਂ ਕੋਈ ਖਾ ਪੀ ਕੇ ਮਰ ਮੁੱਕ ਜਾਵੇ, ਭਾਵੇਂ ਕੋਈ ਭਜਨ ਕਰਕੇ ਮਰੇ, ਮਰਨਾ ਤੇ ਸਭ ਨਹੀਂ ਹੈ। ਗੋਪਾਲ ਪਾਂਧਾ ਗੁਰੂ ਮਹਾਰਾਜ ਜੀ ਇਹੋ ਜਿਹੇ ਬਚਨ ਰੱਖੇ ਸੁਣ ਕੇ ਸਤਿਗੁਰੂ ਜੀ ਨੇ ਗੋਪਾਲ ਪਾਂਧੇ ਨੂੰ ਦੂਸਰੇ ਪਦੇ ਰਾਹੀਂ ਉਪਦੇਸ਼ ਕੀਤਾ ਕਿ ਗੋਪਾਲ ਪਾਂਧੇ ਤੂੰ ਐਵੇਂ ਨਾ ਮਨ ਵਿੱਚ ਸੋਚ ਕੇ ਜਿਵੇਂ ਅਗਿਆਨੀ ਲੋਕ ਮਰ ਜਾਂਦੇ ਆ ਇੱਥੇ ਦੁਨੀਆ ਤੇ ਉਹ ਰੱਬ ਦੇ ਪਿਆਰੇ ਭਗਤ ਜਨ ਵੀ ਐਵੇਂ ਜਾਂਦੇ ਹੋਣਗੇ। ਫਿਰ ਪਦਾ ਉਚਾਰਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਸ਼ਰਧਾ ਦੇਣ ਵਾਸਤੇ ਕਿ ਉਹ ਨਾਮ ਜਪਣ ਵਾਲੇ ਔਖੇ ਨਹੀਂ ਹੁੰਦੇ ਹੈ। ਉਹਨਾਂ ਦੀ ਅਗਲੇ ਪਾਸੇ ਜਾ ਕੇ ਵਡਿਆਈ ਹੁੰਦੀ, ਜਿੱਥੇ ਮਿਲੇ ਵਡਿਆਈਆ ਸਦ ਖੁਸ਼ੀਆ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਓ, ਕਰ ਮਿਲੈ ਤਾਂ ਪਾਈਐ ਨਾਹੀਂ ਗੱਲੀ ਵਾਓ ਦਵਾਓ। ਗੋਪਾਲ ਪਾਂਧੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ, ਉਹ ਰੱਬ ਦੇ ਘਰ ਸਦਾ ਖੁਸ਼ੀਆਂ ਚਾਉ ਕਨੇਰਾ ਚੜਿਆ ਰਹਿੰਦਾ। ਉਹਨਾਂ ਦੇ ਉਹ ਦਰਗਾਹ ਦੇ ਵਿੱਚ ਜਸ ਦੇ ਟਿੱਕੇ ਉਹਨਾਂ ਦੇ ਮੱਥੇ 'ਤੇ ਲੱਗਦੇ ਆ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਮਹਿਮਾ ਮਹਾਨ ਹੈ। ਬਾਕੀ ਜਿਹੜਿਆ ਵਾਧੂ ਦੀਆਂ ਗੱਲਾਂ ਕਰਨੀਆਂ ਇਹ ਤਾਂ ਬਹੁਤ ਜਿਹੜੇ ਜੱਕੜ ਝੱਖੜੀ ਹੈ, ਬਹੁਤਾ ਬੋਲਣ ਝੱਖਣ ਹੋਏ ਕਿਸੇ ਕੰਮ ਨਹੀਂ ਹੈ। ਪਰਮੇਸ਼ਰ ਦੀ ਕਿਰਪਾ ਕਰਕੇ ਉਸ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੋਪਾਲ ਪਾਂਧਾ ਜਿਵੇਂ ਸਾਧ ਸੰਗਤ ਜੀ ਉਹ ਸੱਪ ਮੰਤਰਾਂ ਨਾਲ ਬੱਝ ਜਾਂਦਾ ਹੈ, ਇਹਨੇ ਆਪਣੇ ਚਿੱਤ ਨੂੰ ਸੱਪ ਜਾਣ ਕੇ ਕਿ ਗੁਰੂ ਦੇ ਬਚਨ ਮੰਤਰਾਂ ਵਾਂਗ ਹੈ, ਹੋਰ ਇੱਛਾ ਜਾਗੀ ਹੈ। ਕਹਿੰਦਾ ਹੈ ਮਹਾਰਾਜ ਵੇਖੋ ਆ ਦੁਨੀਆ ਦੇ ਵਿੱਚ ਇੱਕ
ਰਾਜੇ ਕੀਤੇ ਹੋਏ ਪਰਮੇਸ਼ਰ ਨੇ। ਉਹ ਐਸੇ ਰਾਜੇ ਹੈ, ਦੁਨੀਆ ਦੇ ਆਨੰਦ ਭੋਗਦੇ ਹੈ, ਮੌਜਾਂ ਮਾਣਦੇ ਹੈ, ਕਦੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਪ੍ਰਤੀਤੀ ਆਈ ਹੀ ਨਹੀਂ। ਕਦੇ ਉਹ ਨਾਮ ਸਿਮਰਦੇ ਨਹੀਂ ਹੈ, ਕਦੇ ਉਹ ਮੁੜਦੇ ਨਹੀਂ ਹੈ, ਯਾਦ ਹੀ ਨਹੀਂ ਕਰਦੇ ਕਿ ਅਸੀਂ ਇੱਕ ਦਿਨ ਮਰ ਜਾਣਾ ਹੈ। ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਦੇ ਹੈ। ਮੈਨੂੰ ਤਾਂ ਸੰਸਾ ਹੋ ਗਿਆ ਵੀ ਉਹ ਇੱਥੇ ਸੁੱਖ ਪਾ ਰਹੇ, ਅੱਗੇ ਕੀ ਹੋ ਉਹਨਾਂ ਦਾ, ਉਹ ਅੱਗੇ ਵੀ ਸੁੱਖ ਪਾਉਣਗੇ ਜਦੋਂ ਇੱਥੋਂ ਮਰ ਕੇ ਜਾਣਗੇ। ਗੁਰੂ ਨਾਨਕ ਸਾਹਿਬ ਜੀ ਸੁਣ ਕੇ ਤੀਸਰਾ ਜਿਹੜਾ ਪਦਾ ਉਚਾਰਨ ਕੀਤਾ ਕਿ ਗੋਪਾਲ ਪਾਂਦੇ, ਉਹ ਜਿਹੜੇ ਤੂੰ ਕਹਿਣਾ ਕਿ ਉਹ ਵੀ ਮੌਜਾਂ ਮਾਣਨਗੇ, ਐਸਾ ਨਹੀਂ ਹੈ। ਉਹ ਤਾਂ ਇੱਥੇ ਭਾਵੇਂ ਉਹ ਸੁੱਖ ਮਾਣ ਰਹੇ, ਉਹਨਾਂ ਦੀ ਵਾਸ਼ਨਾ ਸੀ, ਕਰਮ ਕੀਤੇ ਚੰਗੇ, ਪਹਿਲੇ ਜਨਮਾਂ ਵਿੱਚ ਉਹਨਾਂ ਦੀ ਇੱਛਾ ਸੀ ਕਿ ਸਾਡੇ ਮਹਿਲ ਮਾੜੀਆਂ ਹੋਣ, ਰਾਜ ਸੁੱਖ ਪਾਈਏ, ਅਸੀਂ ਆਨੰਦ ਭੋਗ ਕਰੀਏ। ਉਹਨਾਂ ਦੀ ਇੱਛਾ ਵਾਸਨਾ ਜਾਣ ਕੇ ਪਰਮੇਸ਼ਰ ਨੇ ਜਨਮ ਦਿੱਤਾ ਹੈ, ਪਰ ਹੁਣ ਉਹ ਇਸ ਸੁੱਖ ਨੂੰ ਪਾ ਕੇ ਉਹ ਭਜਨ ਬੰਦਗੀ ਕੋਈ ਕਰ ਨਹੀਂ ਰਹੇ, ਜਿਸ ਕਰਕੇ ਉਹਨਾਂ ਦੀ ਇਹ ਦੇਹ ਇੱਕ ਦਿਨ ਕਮਜ਼ੋਰ ਹੋ ਜਾਵੇਗੀ। ਅਗਲੇ ਬੰਨੇ ਜਾ ਕੇ ਉਹ ਫਿਰ ਦੁੱਖ ਪਾਉਣਗੇ। ਗੋਪਾਲ ਪਾਂਦੇ ਨੂੰ 4 ਪਦਿਆਂ ਰਾਹੀਂ ਇਹ ਸ਼ਬਦ ਉਚਾਰਨ ਕੀਤਾ ਕਿ ਪੈ ਤੇਰੇ ਡਰ ਅਗਲਾ, ਖਬ ਖਬ ਸਿਜੈ ਦੇਹ। ਇਹਨੇ ਕਿਹਾ ਸੀ ਨਾ ਮਹਾਰਾਜ ਉਹ ਇੱਥੇ ਸੁੱਖ ਮਾਣਦੇ ਕਿ ਅੱਗੇ ਮੌਜਾਂ ਮਾਣਨਗੇ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕੋਈ ਮੌਜ ਨਹੀਂ ਹੈ, ਅੱਗੇ ਭੈ ਹੋਊਗਾ, ਦੇਹ ਜਿਹੜੀ ਹੈ ਵਿਸ਼ੇ ਵਿਕਾਰਾਂ ਵਿੱਚ ਪਿਆ ਕਮਜ਼ੋਰ ਹੋ ਜਾਵੇਗੀ। ਜਿਨ੍ਹਾਂ ਦਾ ਨਾਮ ਖਾਨ ਸੁਲਤਾਨ ਬਹਾਦਰ ਸਾਹਿਬ ਸਰਦਾਰ ਸਾਹਿਬ ਜੀ ਪਿਆ ਹੋਇਆ ਇਸ ਦੁਨੀਆ ਵਿੱਚ, ਲੋਕ ਕਹਿੰਦੇ ਸਰਦਾਰ ਸਾਹਿਬ ਜੀ ਆ ਗਏ ਹੈ, ਅਤੇ ਕਿਤੇ ਉਹ ਗੁਰੂ ਦਾ ਨਾਮ ਨਹੀਂ ਨਾ ਜਪਦੇ। ਹੁੰਦੇ ਡਿੱਠੇ ਕਿ ਗੁਰੂ ਜੀ ਕਹਿੰਦੇ ਉਹ ਅੰਤ ਨੂੰ ਖੇ ਹੁੰਦੇ ਵੇਖੇ ਹੈ। ਬੜੇ ਚਲੇ ਗਏ ਹੈ ਅਤੇ ਬੜੇ ਹੋਣਗੇ, ਅਤੇ ਦਰਗਾਹ ਵਿੱਚ ਵੀ ਖੇ ਹੀ ਹੁੰਦੇ ਹੈ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਗੋਪਾਲ ਪਾਂਦਾ ਕਹਿੰਦਾ ਮਹਾਰਾਜ ਉਹਨਾਂ ਲੋਕਾਂ ਦਾ ਤਾਂ ਬੜਾ ਮੋਹ ਪੈ ਜਾਂਦਾ ਹੈ ਸਰੀਰ ਨਾਲ, ਪਰਿਵਾਰ ਨਾਲ, ਅਤੇ ਕਿਤੇ ਉਹ ਮੋਹ ਦੇ ਬੱਝੇ ਕਿਤੇ ਉਹ ਪ੍ਰੀਤੀ ਨਹੀਂ ਛੱਡਦੇ, ਧਨ ਵਿੱਚ ਬਹੁਤੀ ਪ੍ਰਤੀਤੀ ਕਰਦੇ, ਭਰੋਸਾ ਕਰਦੇ ਗੁਰੂ ਨਾਲੋਂ ਵੀ ਪੈਸੇ 'ਤੇ। ਕਹਿੰਦੇ ਦਮੜਾ ਹੈ ਅਤੇ ਸਭ ਕੁਛ ਹੈ। ਅਤੇ ਉਹ ਕਹਿੰਦੇ ਹੈ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਇਹੋ ਜਿਹੇ ਬੜੇ ਉਹ ਅਖਾਣ ਬਣਾ ਸੁਣਾਉਂਦੇ ਹੈ। ਗੁਰੂ ਸਾਹਿਬ ਜੀ ਉਹ ਕੀ ਹੁੰਦਾ ਹੈ ਉਹਨਾਂ ਨਾਲ? ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸੁਲਤਾਨ ਖਾਨ ਨਾਮ ਪਏ ਹੋਏ ਹੈ, ਜਦੋਂ ਉੱਠ ਕੇ ਇੱਥੋਂ ਚਲੇ ਜਾਣਗੇ ਅੰਤ ਨੂੰ ਉਹ ਖਾਲੀ ਹੱਥ ਜਾਣਗੇ। ਸਭ ਕੂੜੇ ਟੁੱਟੇ ਨੇਹ, ਉਹਨਾਂ ਦੇ ਨੇਹ ਪ੍ਰੇਮ ਸਾਰੇ ਇੱਥੇ ਟੁੱਟ ਜਾਣਗੇ। ਅੰਤ ਨੂੰ ਜਿਨਕੇ ਨਾਂਗੇ ਪਾਵ ਹੋਤੇ ਗਏ, ਜਿਨਕੇ ਲੱਖ ਕਰੋੜ, ਜਿਨ੍ਹਾਂ ਦੇ ਲੱਖਾਂ ਕਰੋੜ ਬੇਅੰਤ ਮਾਇਆ ਸੀ, ਉਹ ਵੀ ਨੰਗੇ ਪੈਰੀ ਗਏ ਹੈ। ਇਹ ਸੁਲਤਾਨ ਖਾਨ ਇਵੇਂ ਜਾਣਗੇ। ਗੋਪਾਲ ਪਾਂਦੇ ਨੂੰ ਗੁਰੂ ਸਾਹਿਬ ਜੀ ਨੇ ਮਹਾਨ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਾਇਆ। ਗੋਪਾਲ ਪਾਂਦਾ ਆਸ਼ਚਰਜ ਹੋ ਗਿਆ ਗੁਰੂ ਜੀ ਦੇ ਬਚਨ ਸੁਣ ਕੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਥਾ ਸਰਵਣ ਕੀਤੀ ਸੀ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਦਸਮ ਪਿਤਾ ਮਹਾਰਾਜ ਦੇ ਸਮੇਂ ਵੀ ਇਵੇਂ ਵਿਚਾਰ ਹੋ ਰਹੀ ਸੀ। ਕਹਿਣ ਲੱਗੇ ਮਹਾਰਾਜ ਆ ਜਿਹੜੇ ਨਾਮ ਭਜਨ ਸਿਮਰਨ ਕਰਨ ਵਾਲੇ ਬਹੁਤੇ ਗਰੀਬ ਦੀਨ ਵੇਖੇ ਜਾਂਦੇ ਹੈ, ਵਿਚਾਰੇ ਮੰਗ ਤੰਗ ਕੇ ਗੁਜ਼ਾਰਾ ਕਰਦੇ ਹੈ, ਅਤੇ ਜਿਹੜੇ ਕੋਈ ਜਪਦੇ ਨਹੀਂ ਹੈ ਉਹ ਤਾਂ ਬੜੇ ਸੁੱਖ ਮਾਣਦੇ। ਇਹ ਕੀ ਹੈ? ਸੱਚੇ ਪਾਤਸ਼ਾਹ ਜੀ ਇਸ ਸੰਬੰਧੀ ਆਪ ਜੀ ਦੱਸੋ। ਅਤੇ ਗੁਰੂ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਫਿਰ ਉਹ ਦੋਹਰਾ ਅਤੇ ਸੋਠ ਰਾਹੀਂ ਉਹ ਸਿੱਖਿਆ ਦਿੱਤੀ। 24 ਅਵਤਾਰਾਂ 'ਚ ਵਚਨ ਆਉਂਦੇ ਹੈ। ਰੁਦਰ ਭਗਤ ਜਗ ਮਾਹੇ, ਸੁਖ ਕੇ ਦਿਵਸ ਸਦਾ ਭਰੇ। ਕਿ ਆ ਜਿਹੜੇ ਗੁਰੂ ਪਰਮੇਸ਼ਰ ਦੀ ਭਗਤੀ ਛੱਡ ਕੇ ਤੇ ਹੋਰ ਭਗਤੀਆਂ ਕਰਦੇ ਆ, ਮੰਤਰ ਟੂਣੇ ਆਦਿਕ, ਹੋਰ ਦੇਵੀ ਦੇਵਤਿਆਂ ਸ਼ਿਵ ਜੀ ਆਦਿਕ ਦੇ ਉਪਾਸਕ ਬਣਦੇ ਹੈ, ਤੋ ਸਿਮਰਨ ਕਰਕੇ ਸੁਖ ਕੇ ਦਿਵਸ ਸਦਾ ਭਰੇ। ਉਹਨਾਂ ਦੇ ਦਿਨ ਜ਼ਰੂਰ ਹੈ ਵੀ ਸਦਾ ਸੁੱਖ ਦੇ ਭਰੇ ਰਹਿੰਦੇ ਹੈ। ਇੱਧਰ ਉੱਧਰ ਫਿਰਨ ਨਾਲ
ਪਰ ਅਸਲ ਜਿਹੜਾ ਫਲ ਹੈ, ਅਸਲ ਸੁੱਖ ਨਹੀਂ ਉਹ ਲੈ ਸਕਦੇ। ਮਰੈ ਫਿਰ ਆਵਹਿ ਜਾਹੇ ਫਲ, ਕਛ ਲਹਿ ਨਾ ਮੁਕਤ ਕੋ। ਮਰਦੇ ਐ, ਜੰਮ ਕੇ ਆਉਂਦੇ ਐ, ਮਰ ਕੇ ਜਾਂਦੇ ਐ, ਅੰਤ ਨੂੰ ਜਿਹੜਾ ਮੁਕਤੀ ਦਾ ਫਲ ਉਹ ਨਹੀਂ ਉਹ ਲੈਣਗੇ, ਜਿਸ ਨਾਲ ਸੁੱਖ ਹੈ, ਪਰਮ ਆਨੰਦ। ਠੀਕ ਹੈ ਵੀ ਉਹਨਾਂ ਨੇ ਉਹ ਟੂਣੇ ਟਾਮਣ ਕਰਕੇ ਜਾਂ ਇੱਧਰ ਉੱਧਰ ਦੇਵੀ ਦੇਵਤਿਆਂ ਨੂੰ ਮਨਾ ਕੇ ਭਗਤੀ ਕਰਕੇ ਇੱਛਾ ਦੇ ਸਹਿਤ ਹੋ ਕੇ ਆ ਸੰਸਾਰ ਦੇ ਸੁੱਖ ਮਾਣਨਗੇ। ਜਿੰਨੇ ਚਿਰ ਲਈ ਉਹ ਇੱਛਾ ਕੀਤੀ, ਸੇਵਾ ਕੀਤੀ, ਉਹਦਾ ਸੁੱਖ ਮਿਲੂ ਉਹਨਾਂ ਨੂੰ, ਦੁਨੀਆ 'ਚ ਲੈਣਗੇ। ਪਰ ਅੰਤ ਨੂੰ ਫਿਰ ਮਰ ਜਾਣਗੇ, ਫਿਰ ਜਨਮ ਲੈਣਗੇ, ਫਿਰ ਮਰਨਗੇ। ਹਾਲ ਉਹੀ ਰਿਹਾ, ਪਰਮ ਸੁੱਖ ਨੂੰ ਨਹੀਂ ਪਾਉਣਗੇ। ਹੇ ਰਾਜਨ ਸੁਣ ਭੂਪਤ ਜਾਂ ਜਗਤ ਮੈਂ, ਦੁਖੀ ਰਹਿਤ ਹਰ ਸੰਤ, ਅੰਤ ਲੈਤ ਹੈ ਮੁਕਤ ਫਲ, ਪਾਵਤ ਹੈ ਭਗਵੰਤ। ਸੁਣ ਰਾਜੇ, ਇਹ ਜਿਹੜੇ ਸੰਤ ਪਰਮੇਸ਼ਰ ਦੇ ਭਗਤ ਪਿਆਰੇ ਰਹਿੰਦੇ ਨਾ ਸੰਸਾਰ ਵਿੱਚ ਦੁਖੀ, ਤੇ ਉਹ ਅੰਤ ਨੂੰ ਉਹ ਭਗਵੰਤ ਜਿਹੜਾ ਪਰਮੇਸ਼ਰ ਹੈ ਉਹਦੇ ਖੁੱਲ੍ਹੇ ਡੁੱਲੇ ਦਰਸ਼ਨ ਪਾਉਣਗੇ। ਉਹ ਖੁੱਲ੍ਹੇ ਡੁੱਲੇ ਦਰਸ਼ਨ ਪਾਉਂਦੇ ਅੰਤ ਨੂੰ, ਮੁਕਤ ਹੁੰਦੇ ਹੋ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆ ਹੈ ਸੰਤ, ਅੰਤ ਲਹਿੰਗੇ ਮੁਕਤ ਫਲ, ਪਾਵਹਿੰਗੇ ਭਗਵੰਤ। ਅੰਤ ਨੂੰ ਪਰਮੇਸ਼ਰ ਨੂੰ ਪਾਉਣਗੇ ਜਿਹੜੇ ਨਿਤ ਉੱਠ ਕੇ ਪਰਮੇਸ਼ਰ ਨੂੰ ਧਿਆ ਰਹੇ ਹੈ। ਲੋਕ ਵੇਖੋ ਮੌਜਾਂ ਮਾਣਦੇ ਹੈ, ਮਰਜ਼ੀ ਨਾਲ ਸੌਂਦੇ, ਮਰਜ਼ੀ ਨਾਲ ਉੱਠਦੇ ਹੈ, ਮਰਜ਼ੀ ਨਾਲ ਗੁਰੂ ਘਰ ਆਉਂਦੇ, ਮਰਜ਼ੀ ਨਾਲ ਜਾਂਦੇ ਹੈ। ਇੱਕ ਰੱਬ ਦੇ ਸੇਵਕ ਹੈ, ਪਰਮਾਤਮਾ ਦੇ ਭਗਤ ਹੈ, ਜਿਨ੍ਹਾਂ ਨੂੰ ਰਾਤ ਦਿਨ ਚਿੰਤਾ ਪਈ ਰਹਿੰਦੀ ਹੈ, ਸਿਮਰਨ ਭਗਤੀ ਦੀ, ਖਾਣ ਦੀ ਕੋਈ ਚਿੰਤਾ ਨਹੀਂ ਹੈ। ਗੁਰੂ ਘਰ ਆਉਣਾ ਜਾਣਾ, ਸੇਵਾ ਕਰਨੀ, ਸਿਮਰਨ ਕਰਨਾ, ਭਗਤੀ ਕਰਨੀ, ਵੱਧ ਤੋਂ ਵੱਧ ਬਾਣੀ ਪੜ੍ਹਨੀ, ਨਿੰਦਿਆ ਚੁਗਲੀ ਤੋਂ ਪਰੇ ਰਹਿਣਾ, ਵਿਸ਼ਿਆਂ ਵਿਕਾਰਾਂ ਤੋਂ ਪਰੇ ਰਹਿਣਾ। ਇੱਕ ਉਹ ਹੈ। ਹੁਣ ਉਹ ਭਾਵੇਂ ਇੱਥੇ ਪਰੇਸ਼ਾਨ ਹੀ ਹੈ। ਪਰੇਸ਼ਾਨ ਕਿਵੇਂ? ਵੀ ਸਵੇਰੇ ਦੁਨੀਆ ਸੁੱਤੀ ਹੁੰਦੀ ਹੈ ਤਾਂ ਭਜਨ ਵਿੱਚ 12 ਵਜੇ ਤੋਂ ਬਾਅਦ ਜੁੜ ਜਾਂਦੇ ਹੈ, ਅਤੇ ਕਿੱਥੇ ਨੀਂਦ ਦਾ ਸੁੱਖ ਛੱਡਣਾ, ਇਹ ਕਿਤੇ ਐਵੇਂ ਨਹੀਂ ਪਿਆ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ, ਹੈ ਪਰਮੇਸ਼ਰ ਜਿਹੜੇ ਤੇਰੇ ਧਿਆਨ ਨੂੰ ਨਿਤ ਉੱਠ ਕੇ ਸੰਤ ਧਿਆਉਂਦੇ, ਅੰਤ ਲਹਿੰਗੇ ਮੁਕਤ ਫਲ, ਪਾਵਹਿੰਗੇ ਭਗਵੰਤ। ਮੁਕਤੀ ਫਲ ਨੂੰ, ਅੰਤ ਨੂੰ ਲੈਣਗੇ ਅਤੇ ਉਹ ਪਰਮਾਤਮਾ ਨੂੰ ਪਾ ਲੈਣਗੇ, ਲੀਨ ਹੋ ਜਾਣਗੇ। ਇਹ ਦਸਵੇਂ ਪਿਤਾ ਮਹਾਰਾਜ ਜੀ ਨੇ ਵਚਨ ਕੀਤੇ ਸੀ। ਜਿਵੇਂ ਗੋਪਾਲ ਪਾਂਧੇ ਰਾਹੀਂ ਵੀ ਗੁਰੂ ਸਾਹਿਬ ਜੀ ਜਿਵੇਂ ਸਿੱਖਿਆ ਦੇ ਰਿਹਾ। ਗੋਪਾਲ ਪਾਂਧਾ ਕਹਿੰਦਾ ਸੀ, ਮਹਾਰਾਜ ਵੇਖੋ ਤੁਹਾਡਾ ਇਹੀ ਕੰਮਕਾਰ ਹੈ, ਤੁਹਾਡੇ ਪਿਤਾ ਜੀ ਪਟਵਾਰਪਣੇ ਦਾ ਕੰਮ ਕਰਦੇ ਹੈ। ਇਹ ਜਿੰਨਾ ਚਿਰ ਤੁਸੀਂ ਲੇਖਾ ਜੋਖਾ ਨਹੀਂ ਨਾ ਸਿੱਖਦੇ, ਆ ਪੜ੍ਹਾਈ ਨਹੀਂ ਸਿੱਖਦੇ, ਉਹਨਾਂ ਚਿਰ ਤੁਸੀਂ ਆ ਪਟਵਾਰੀ ਨਹੀਂ ਚੰਗੇ ਬਣ ਸਕਦੇ। ਇਹ ਤਾਂ ਤੁਹਾਨੂੰ ਸਿੱਖਣਾ ਹੀ ਪਊਗਾ। ਗੁਰੂ ਸਾਹਿਬ ਜੀ ਨੇ ਲੇਖੇ ਬਾਰੇ ਫਿਰ ਸਮਝਾਇਆ ਸੀ, ਜਿਵੇਂ ਇਹਨੂੰ ਸਿੱਖਿਆ ਦਿੱਤੀ ਹੈ ਉਹ ਆਪਾਂ ਕਥਾ ਸਰਵਣ ਕਰ ਰਹੇ ਹਾਂ। ਰਹਿੰਦਾ ਪ੍ਰਸੰਗ ਜਿਵੇਂ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਿਆਨਹੀਨ ਅਗਿਆਨ ਮਹਿ। ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਨ ਕਰਕੇ ਚੌਥਾ ਪਦਾ ਕਿ ਭੈ ਤੇਰਾ ਡਰ ਅਗਲਾ, ਖਪ ਖਪ ਸਿਜੈ ਦੇਹ। ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿੱਠੇ ਖੇਹ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਕਿ ਗੋਪਾਲ ਪਾਂਧਾ ਜੀ ਇਹ ਜੀਵ ਨੂੰ ਸ਼ਾਸਤਰਾਂ ਨੇ, ਗ੍ਰੰਥਾਂ ਨੇ ਬੜਾ ਡਰਾਇਆ ਹੋਇਆ ਹੈ ਕਿ ਜੀਵ ਵੇਖ ਤੇਰੀ ਉਮਰ ਬੀਤ ਰਹੀ ਹੈ, ਤੂੰ ਪਰਮੇਸ਼ਰ ਦਾ ਨਾਮ ਜਪ। ਤੇਰੀ ਉਮਰ ਦਿਨ ਬੇ ਦਿਨ ਲੰਘ ਰਹੀ, ਤੇਰੀ ਦੇਹ ਆਪਣੇ ਸਰੀਰ ਨੂੰ ਵੇਖ, ਤੂੰ ਸਰੀਰ ਦੀ ਵੀ ਹਾਲਤ ਪਲਟ ਰਹੀ ਹੈ। ਕਿੱਥੇ ਤੂੰ ਬੱਚਾ ਸੀ, ਜਵਾਨ ਹੋ ਗਿਆ ਹੈ, ਹੁਣ ਜਵਾਨ ਤੋਂ ਬੁੱਢਾ ਹੋ ਗਿਆ, ਬੁੱਢੇ ਤੋਂ ਤੇਰੇ ਅੰਤਲੇ ਦਿਨ ਆ ਗਏ ਹੈ। ਪਰ ਇਹ ਭੈੜੀ ਮੱਤ ਵਾਲਾ ਜੀਵ ਉਹਨਾਂ ਗੁਰੂ ਗ੍ਰੰਥਾਂ ਨੂੰ, ਵੇਦਾਂ ਗ੍ਰੰਥਾਂ ਨੂੰ ਮੰਨਦਾ ਹੀ ਨਹੀਂ ਹੈ, ਡਰਦਾ ਹੀ ਨਹੀਂ ਹੈ। ਭੈ ਨੂੰ ਪਰਮੇਸ਼ਰ ਜੀ ਨੇ ਭੁਲਾਇਆ ਹੋਇਆ ਹੈ।
ਤੇ ਉਹ ਕੂੜੇ ਜਿਹੜਾ ਨੇਹ ਹੈ, ਪ੍ਰੇਮ ਮੋਹ ਹੈ ਝੂਠਾ, ਉਹਦੇ ਵਿੱਚ ਇਹਦੀ ਜ਼ਿੰਦਗੀ ਬੀਤ ਰਹੀ ਹੈ ਤੇ ਅਗਿਆਨੀ ਹੋਇਆ ਹੈ। ਇਵੇਂ ਗਿਆਨਹੀਨ, ਗਿਆਨ ਤੋਂ ਹੀਣਾ ਇਹ ਜੀਵ ਆ ਬੇਸਮਝੀ ਅਗਿਆਨ ਦੇ ਵਿੱਚ ਹੇ ਗੋਪਾਲ ਪਾਂਦਾ ਜੀ। ਨਹਿ ਜਾਣਹਿ ਨਿਜ ਕਾਲ। ਇਹ ਜੀਵ ਆਪਣੇ ਸਮੇਂ ਨੂੰ ਜਾਣਦਾ ਹੀ ਨਹੀਂ ਹੈ। ਮੇਰਾ ਸਮਾਂ ਬੀਤ ਰਿਹਾ ਹੈ, ਮੇਰੇ ਨਿਜ ਕਾਲ, ਆਪਣੀ ਮੌਤ ਨੂੰ ਇਹ ਜਾਣਦਾ ਨਹੀਂ ਵੀ ਮੇਰੀ ਮੌਤ ਨੇੜੇ ਆ ਰਹੀ ਹੈ। ਨੈਣਹੀਨ ਜਿਉ ਜਾਤ ਹੈ। ਇਹਦੀ ਹਾਲਤ ਤੇ ਇਵੇਂ ਹੈ ਜਿਵੇਂ ਨੇਤਰਾਂ ਤੋਂ ਹੀਣਾ ਪੁਰਸ਼ ਹੋਵੇ ਤੇ ਆ ਚੱਲਿਆ ਜਾਂਦਾ ਅੰਨੇਵਾ। ਸਾਮੁਹੇ ਸਰਫ ਵਿਸਾਲ। ਸਾਹਮਣੇ ਜਿਹੜਾ ਬੜਾ ਵੱਡਾ ਸੱਪ ਹੈ, ਭਿਆਨਕ, ਜ਼ਹਿਰੀਲਾ, ਭਾਰੀ, ਤੇ ਜਿਵੇਂ ਨੇਤਰਾਂ ਤੋਂ ਹੀਣਾ ਪੁਰਸ਼ ਹੁੰਦਾ ਤੇ ਉਹਨੂੰ ਕੀ ਪਤਾ ਹੈ, ਉਹ ਤੁਰਿਆ ਜਾਂਦਾ ਅੰਨੇਵਾ। ਅਗਲੇ ਪਾਸੇ ਸਾਹਮਣੇ ਬੜਾ ਭਾਰੀ ਸੱਪ ਬੈਠਾ ਹੋਇਆ, ਉਹਦੇ ਕੋਲ ਦੀ ਗੁਜ਼ਰਦਾ ਹੈ। ਇਵੇਂ ਮਨ ਬੁੱਧ ਜਿਹੜੇ ਨੇਤਰ ਹੈ, ਵਿਵੇਕ ਵਿਰਾਗ ਰੂਪੀ ਨੇਤਰ ਹੈ, ਉਹਨਾਂ ਨੇਤਰਾਂ ਤੋਂ ਹੀਣਾ ਇਹ ਬੰਦਾ। ਹੁਣ ਸਾਡੀਆਂ ਅੱਖਾਂ ਤੇ ਹੈ ਹੀ ਹੈ ਤੇ ਅਸੀਂ ਅੰਨੇ ਤੇ ਨਹੀਂ ਹਾਂ, ਪਰ ਗਿਆਨ ਤੋਂ ਹੀ ਅੰਨੇ ਹਾਂ। ਮਨ ਬੁੱਧ ਨੇਤਰਾਂ ਤੋਂ, ਵਿਵੇਕ ਵਿਰਾਗ ਰੂਪੀ ਨੇਤਰਾਂ ਤੋਂ, ਪਰੋਖ ਅਪਰੋਖ ਗਿਆਨ ਨੇਤਰਾਂ ਤੋਂ ਅਸੀਂ ਅੰਨੇ ਹਾਂ। ਤੇ ਗੁਰੂ ਸਾਹਿਬ ਜੀ ਇੱਥੇ ਹੁਣ ਉਹੀ ਸਿੱਖਿਆ ਦੇ ਰਹੇ ਕਿ ਜਿਵੇਂ ਨੈਣਾ ਤੋਂ ਹੀਣਾ, ਨੇਤਰਹੀਣ ਪੁਰਸ਼ ਹੋਵੇ, ਨਿਗਾਹ ਤੋਂ ਹੀਣਾ, ਤੇ ਜਿੱਥੇ ਬੜਾ ਵੱਡਾ ਸੱਪ ਹੋਵੇ ਤੇ ਉੱਧਰ ਨੂੰ ਸਾਹਮਣੇ ਤੁਰਿਆ ਜਾਂਦਾ, ਇਸੇ ਤਰ੍ਹਾਂ ਇਹ ਜੀਵ ਵਿਵੇਕ ਵਿਰਾਗ ਰੂਪੀ ਨੇਤਰਾਂ ਤੋਂ ਬਿਨਾਂ ਜਿਹੜਾ ਮੌਤ ਰੂਪੀ ਸੱਪ ਹੈ ਉਹਦੇ ਸਾਹਮਣੇ ਤੁਰਿਆ ਜਾਂਦਾ, ਫਿਕਰ ਨਹੀਂ ਕਰਦਾ। ਜੋ ਪਈ ਕਰਨਾ ਕਰ ਸਤਿਗੁਰ ਜਿਸ ਭੇਟੈ। ਗੋਪਾਲ ਪਾਂਦਾ ਜੀ ਆ ਕਿਰਪਾ ਕਰਕੇ ਜਿਸ ਨੂੰ ਆ ਸਤਿਗੁਰੂ ਮਿਲੇ ਐ, ਵੱਡੇ ਭਾਗ ਭੇਟੇ ਗੁਰਦੇਵਾ। ਤਹਿ ਕੋ ਲਗਹਿ ਨਾ ਜਮ ਕੀ ਫੇਟੈ। ਉਸ ਪੁਰਸ਼ ਨੂੰ ਆ ਜਮ ਦੀ ਫੇਟ ਨਹੀਂ ਲੱਗਦੀ, ਚੋਟ ਸੱਟ ਨਹੀਂ ਲੱਗਦੀ ਹੈ। ਤਿੰਨ ਜਮ ਕੀ ਤਲਬ ਨਾ ਹੋਵਈ, ਨਾ ਉਹ ਦੁੱਖ ਸਹਾਏ। ਉਹਨਾਂ ਨੂੰ ਜਮ ਦੀ ਤਾੜਨਾ ਨਹੀਂ ਹੁੰਦੀ, ਨਾ ਉਹ ਦੁੱਖ ਹੀ ਸਹਿੰਦੇ ਹੈ। ਜਦੋਂ ਜਮ ਨੇ ਫੜਨਾ ਨਹੀਂ ਤੇ ਫਿਰ ਉਹਨੇ ਦੁੱਖ ਕੀ ਸਹਾਰਨਾ, ਉਹਨੇ ਨਰਕ 'ਚ ਹੀ ਨਹੀਂ ਪੈਣਾ ਹੈ। ਜਿਨ੍ਹਾਂ ਨੂੰ ਗੁਰੂ ਮਿਲੇ ਹੈ ਉਹਨਾਂ ਨੂੰ ਜਮ ਦੀ ਫੇਟ ਨਹੀਂ ਲੱਗਦੀ ਹੈ, ਚੋਟ। ਇੱਕ ਤੇ ਹੁੰਦਾ ਨਾ ਜਿਵੇਂ ਆ ਸਿੱਧਾ ਕੋਈ ਲਿਆਣ ਕੇ ਚੀਜ਼ ਬਾਸਾਤ ਗੱਡੀ ਸਿੱਧੀ ਲਿਆ ਕੇ ਮਾਰੇ, ਉਹ ਫੇਟ ਨਹੀਂ ਹੁੰਦੀ। ਫੇਟ ਹੁੰਦੀ ਜਿਹੜਾ ਪਾਸਾ ਜਿਹਾ ਮਾਰ ਕੇ, ਸਾਈਡ ਜਿਹੀ ਮਾਰ ਕੇ ਲੰਘ ਜਾਣਾ, ਜਾਂ ਘੋੜੇ 'ਤੇ ਚੜ੍ਹਿਆ ਹੋਇਆ ਐਵੇਂ ਲੱਤ ਜੀ ਮਾਰ ਕੇ ਤੇ ਜਿਵੇਂ ਘੋੜਾ ਜਾਂ ਪਾਸਾ ਜਾਂ ਮਾਰ ਕੇ ਬੰਦੇ ਨੂੰ ਸੁੱਟ ਦੇਵੇ, ਇਹ ਫੇਟ ਹੁੰਦੀ, ਚੋਟ। ਉਹਨਾਂ ਨੂੰ ਆ ਜੰਮ ਦੀ ਆ ਚੋਟ ਸੱਟ ਨਹੀਂ ਲੱਗਦੀ। ਕਰ ਉਪਦੇਸ਼ ਗਿਆਨ ਦੇਣਾ ਨਾ। ਕਿਉਂਕਿ ਸਤਿਗੁਰੂ ਜੋ ਪਰਮੇਸ਼ਰ ਹੈ, ਗਿਆਨ ਸਰੂਪ ਹੈ ਗੁਰੂ ਜੀ, ਉਹਨਾਂ ਆਪਣੇ ਭਗਤਾਂ ਜਨਾਂ ਨੂੰ ਉਪਦੇਸ਼ ਕਰਕੇ ਆ ਮਨ ਬੁੱਧ ਪਰੋਖ ਅਪਰੋਖ ਗਿਆਨ ਰੂਪੀ ਨੇਤਰ ਬਖਸ਼ ਦਿੰਦੇ ਐ। ਸਰਪ ਕਾਲ ਕੋ ਕਬ ਤੇ ਭੈ ਨਾ। ਆ ਮੌਤ ਰੂਪੀ ਸੱਪ ਦਾ ਉਹਨਾਂ ਨੂੰ ਕਦੀ ਭੈ ਨਹੀਂ ਹੁੰਦਾ। ਜਿਨ੍ਹਾਂ ਨੂੰ ਗੁਰੂ ਜੀ ਨੇ ਆ ਗਿਆਨ ਰੂਪੀ ਨੇਤਰ ਆ ਬਖਸ਼ ਦਿੱਤੇ, ਉਹ ਗਿਆਨੀ ਪੁਰਸ਼ ਕਦੀ ਮੌਤ ਦਾ ਭੈ ਨਹੀਂ ਕਰਦੇ। ਲਾਗੀ ਨਾਮ ਵਿਖੈ ਲਿਵ ਮਨ ਕੀ। ਕਿਉਂਕਿ ਉਹਨਾਂ ਦੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਮਨ ਦੀ ਬਿਰਤੀ ਹੈ, ਲਿਵ ਹੈ, ਉਹ ਲੱਗ ਗਈ ਹੈ। ਉਹਨਾਂ ਦੇ ਮਨ ਦੀ ਬਿਰਤੀ ਆ ਅੰਦਰ ਜਿਹੜੀ ਬਾਹਰ ਨਹੀਂ ਜਾਂਦੀ। ਚਿਤ ਤੇ ਪ੍ਰੀਤ ਤਜੀ ਤਨ ਧਨ ਕੀ। ਉਹਨਾਂ ਨੇ ਆ ਚਿੱਤ ਤੇ ਜਿਹੜੀ ਪ੍ਰੀਤੀ ਹੈ ਨਾ ਸਰੀਰ ਦੇ ਪ੍ਰੇਮ ਦੀ, ਇਹ ਛੱਡ ਦਿੱਤੀ ਹੈ। ਆ ਜਿਹੜੀ ਧਨ ਦੀ ਪ੍ਰੀਤੀ ਚਿੱਤ ਵਿੱਚ ਉਹਨਾਂ ਨੇ ਕੱਢ ਦਿੱਤੀ ਹੈ। ਦੁਨੀਆ ਦੇ ਲੋਕਾਂ ਤੋਂ ਪਰੇ ਹੋ ਗਏ ਹੈ, ਨਾ ਉਹਨਾਂ ਨੂੰ ਸਰੀਰ ਨਾਲ ਪ੍ਰੇਮ ਹੈ, ਸਰੀਰ ਤੋਂ ਪਰੇ ਹੋ ਗਏ ਹੈ,
ਨਾਨਕ ਨੂੰ ਧਨ ਆ ਮਾਇਆ ਨਾਲ ਹੀ ਪ੍ਰੇਮ ਹੈ ਉਹ ਗਿਆਨੀ ਪੁਰਸ਼ਾਂ ਨੂੰ। ਪਰਮਾਰਥ ਮਹਿ ਦ੍ਰਿਸ਼ਟ ਲਗਾਈ, ਉਹਨਾਂ ਨੇ ਉਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਮੁਕਤੀ ਦੇਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਗਿਆਨ ਸਰੂਪ ਹੈ ਉਹਦੇ ਵਿੱਚ ਆਪਣੀ ਦ੍ਰਿਸ਼ਟ ਨਿਗਾਹ ਲਾ ਦਿੱਤੀ ਹੈ। ਜਗ ਕਾਰਜ ਤੇ ਬ੍ਰਿਤ ਉਠਾਈ, ਦੁਨੀਆ ਦੇ ਕੰਮਾਂ ਤੋਂ ਉਹਨਾਂ ਨੇ ਬਿਰਤੀ ਚੁੱਕ ਦਿੱਤੀ ਹੈ। ਉਹ ਕਹਿੰਦੇ ਹੈ ਅਵਰ ਕਾਜ ਤਿਰ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪਰਮੇਸ਼ਰ ਦਾ ਨਾਮ ਮੇਰੇ ਕੰਮ ਆਉਣਾ ਹੈ, ਬਾਕੀ ਕੰਮ ਮੇਰੇ ਕੰਮ ਨਹੀਂ ਆਉਣੇ। ਉਹ ਕੰਮ ਤੇ ਕਰਦੇ ਹੈ, ਇਹ ਨਹੀਂ ਕਿ ਉਹ ਕੰਮ ਨਹੀਂ ਕਰਦੇ, ਪਰ ਕੰਮਾਂ ਵਿੱਚ ਉਹਨਾਂ ਦੀ ਰੁਚੀ ਨਹੀਂ ਹੈ, ਇੰਨਾ ਪ੍ਰੇਮ ਲਗਾਵ ਨਹੀਂ ਹੈ। ਸਾਡੇ ਵਾਂਗ ਨਹੀਂ ਹੈ ਕਿ ਜਿੱਥੇ ਫਸ ਗਏ ਉੱਥੇ ਨਿਕਲਣਾ ਹੀ ਨਹੀਂ ਹੈ। ਉਹ ਕੰਮ ਆਪਣੇ ਕਰਦੇ ਹੈ, ਕੰਮ ਕਰਦਿਆਂ ਵੀ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਦੀ ਜਿਹੜੀ ਬਿਰਤੀ ਆ ਉਹ ਪਰਮੇਸ਼ਰ ਨਾਲ ਲਾਈ ਹੋਈ ਹੈ, ਕਦੇ ਡਾਵਾਂ ਡੋਲ ਨਹੀਂ ਹੁੰਦੇ। ਜਿਹੜੇ ਦੁਨੀਆ ਦੇ ਕੰਮ ਹੈ ਇਹਨਾਂ ਤੋਂ ਨਾ ਬਿਰਤੀ ਠਾਈ ਹੋਈ ਚੁੱਕ ਦਿੱਤੀ ਹੈ। ਇਹ ਦੁਨੀਆ ਦੇ ਕੰਮਾਂ ਵਿੱਚ ਉਹ ਦੁਨਿਆਵੀ ਲੋਕਾਂ ਵਾਂਗ ਖਚਿਤ ਨਹੀਂ ਹੁੰਦੇ। ਗੋਪਾਲ ਪਾਂਦਾ ਜੀ ਦੇਹਾਦਿਕ ਮਿਥਿਆ ਸਭ ਜਾਣੇ, ਉਹਨਾਂ ਨੇ ਇਹ ਜਿਹੜੀ ਸਰੀਰ ਹੈ ਇਹ ਦੇਹ ਹੈ, ਦੇਹ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਸਾਕ ਸੰਬੰਧੀ ਆ ਮੋਹ ਮਮਤਾ ਪ੍ਰੇਮ ਹੈ, ਇਹ ਸਰੀਰ ਕਰਕੇ ਇਹ ਸਾਰੇ ਸਾਧ ਸੰਗਤ ਦੇ ਰਿਸ਼ਤੇ। ਸਰੀਰ ਪੈਦਾ ਹੋ ਗਿਆ ਬੱਚੇ ਦਾ, ਜਨਮ ਹੁੰਦਿਆਂ ਮਾਤਾ ਪਿਤਾ ਦਾ ਰਿਸ਼ਤਾ, ਭੈਣ ਦਾ ਰਿਸ਼ਤਾ, ਜੇ ਵੱਡੇ ਪਹਿਲਾਂ ਭੈਣ ਹੈ ਫਿਰ ਵੱਡਾ ਭਰਾ ਭਰਾ ਦਾ ਰਿਸ਼ਤਾ, ਮਾਮੇ ਦਾ ਰਿਸ਼ਤਾ ਮਾਮੀ ਦਾ ਰਿਸ਼ਤਾ, ਭੂਆ ਦਾ ਰਿਸ਼ਤਾ। ਇਹ ਸਰੀਰ ਨਾਲ ਹੀ ਸਾਰੇ ਰਿਸ਼ਤੇ। ਸਰੀਰ ਜਦੋਂ ਪੈਦਾ ਹੋ ਗਿਆ ਤੇ ਰਿਸ਼ਤੇਦਾਰੀ ਕਾਇਮ ਹੋ ਗਈ। ਇਵੇਂ ਦੇਹ ਆਦਿਕ ਦੇਹ ਦੇ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਸੰਬੰਧੀ ਹੈ ਉਹਨਾਂ ਨੇ ਇਹ ਗੋਪਾਲ ਪਾਂਦਾ ਜੀ ਆ ਸਭ ਮਿੱਥਿਆ ਕੂੜੇ ਜਾਣ ਲਏ ਵੀ ਸਭ ਝੂਠੇ ਸਾਗ, ਨਾਮ ਧਰੀਕ ਝੂਠੇ ਸਭ ਸਾਗ ਗੁਰਬਾਣੀ ਦੇ ਬਚਨ ਹਨ। ਵਿਸ਼ੈ ਬਾਸ਼ਨਾ ਮਨ ਵਿਸਰਾਨੇ, ਆ ਜਿਹੜੇ ਵਿਸ਼ੇ ਹੈ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਜਿਹੜੇ ਵਿਸ਼ੇ ਜਿਹਦੇ ਵਿੱਚ ਜੀਵ ਸਦਾ ਹੀ ਮਰ ਜਾਂਦਾ ਹੈ। ਇਹ ਵਿਸ਼ਿਆਂ ਵਿੱਚ ਹੀ ਸੁਣਨ ਦਾ ਇਹਨੂੰ ਰਸ ਹੈ, ਇਹਨੂੰ ਖਾਣ ਦਾ ਰਸ ਹੈ, ਵੇਖਣ ਦਾ ਰਸ ਹੈ, ਛੂਹਣ ਦਾ ਰਸ ਹੈ, ਬੋਲਣ ਦਾ ਰਸ ਹੈ। ਇਹ ਜਿਹੜੇ ਪੰਜ ਵਿਸ਼ੇ ਹੈ ਇਹ ਤੇ ਤਰ੍ਹਾਂ ਤਰ੍ਹਾਂ ਮਨ ਦੀਆਂ ਵਾਸ਼ਨਾ ਇਹ ਉਹਨਾਂ ਨੇ ਭਗਤ ਜਨਾਂ ਨੇ ਭੁਲਾ ਦਿੱਤੀਆਂ ਹੈ। ਨਿਜ ਸਰੂਪ ਜੋ ਭਇਓ ਭੁਲਾਵਾ, ਇਹਨਾਂ ਨੂੰ ਭੁਲਾ ਦਿੱਤਾ ਜੋ ਆਪਣੇ ਉਹ ਨਿੱਜੀ ਸਰੂਪ ਆਤਮ ਸਰੂਪ ਤੋਂ ਆ ਭੁੱਲੇ ਹੋਏ ਸੀ। ਤੇ ਜਾਣਨ ਕੋ ਚਿਤ ਲਲਚਾਵਾ, ਉਸ ਨੂੰ ਜਾਣਨ ਦੇ ਵਿੱਚ ਉਹਨਾਂ ਦੇ ਚਿੱਤ ਦੀ ਜਿਹੜੀ ਲਾਲਸਾ ਹੋਈ, ਲਲਚਾਇਆ ਹੈ ਚਿੱਤ ਕਿ ਆਪਣੇ ਨਿੱਜੀ ਸਰੂਪ ਨੂੰ ਜਾਣਨਾ ਹੈ, ਆਤਮਾ ਨੂੰ ਪਰਮੇਸ਼ਰ ਦੇ ਵਿੱਚ ਪਰਮ ਆਤਮਾ ਵਿੱਚ ਲੀਨ ਕਰਨਾ ਹੈ। ਇਵੇਂ ਉਹਨਾਂ ਨੇ ਆਪਣੇ ਨਿੱਜੀ ਸਰੂਪ ਨੂੰ ਜਾਣਨ ਵਾਸਤੇ ਆ ਚਿੱਤ ਨੂੰ ਚਾਹ ਪੈਦਾ ਕੀਤਾ ਹੈ। ਚਿੱਤ ਵਿੱਚ ਤੇ ਜਾਣਨ ਕੇ ਉਸ ਸਰੂਪ ਨੂੰ ਜਾਣਨ ਦੀ ਚਿੱਤ ਵਿੱਚ ਚਾਹਨਾ ਹੋਈ ਹੈ। ਦੋਹਰਾ ਸੁਤ ਸਤ ਸੰਗਤ ਕੇ ਸੰਗ ਤੇ, ਕਿਉਂਕਿ ਗੋਪਾਲ ਪਾਂਦਾ ਜੀ ਉਹ ਪਰਮੇਸ਼ਰ ਦੀ ਜਿਹੜੀ ਸਤ ਸੰਗਤ ਹੈ ਉਸ ਸਤ ਸੰਗਤ ਦੇ ਆਸਰੇ ਡਿਡ ਹੋਇਓ ਅਭਿਆਸ, ਉਹ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਵਿੱਚ ਆਉਂਦੇ ਹੈ, ਜਿਸ ਕਰਕੇ ਜਿਹੜਾ ਗੁਰੂ ਦੇ ਬਚਨਾਂ ਦੇ ਬਾਰ-ਬਾਰ ਅਭਿਆਸ ਕਰਨਾ, ਵਿਚਾਰ ਕਰਨੀ ਹੈ। ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਅਭਿਆਸ ਕਰਨਾ ਇਹ ਉਹਨਾਂ ਦਾ ਐ ਪੱਕਾ ਹੋ ਗਿਆ ਹੈ। ਗਇਓ ਭੁਲਾਵਾ ਪਰਮ ਕਾ, ਜੋ ਭੁਲੇਖਾ ਸੀ ਨਾ ਭਰਮ ਦਾ, ਇਹ ਆਪਣੇ ਨਿੱਜੀ ਸਰੂਪ ਨੂੰ ਜੋ ਭੁਲਾਇਆ ਹੋਇਆ ਸੀ ਉਹ ਚਲਾ ਗਿਆ ਉਹਨਾਂ ਦਾ ਭੁਲੇਖਾ। ਸਹਿਜ ਸੁਖ ਹੈ ਪ੍ਰਕਾਸ਼, ਸਹਿਜ ਅਸੁੱਤੇ ਸਿੱਧ ਆ ਸਹਿਜ ਦੇ ਸੁੱਖ ਵਿੱਚ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਗਿਆ। ਸਹਿਜ ਜਿਹੜਾ ਗਿਆਨ ਹੈ, ਗਿਆਨ ਦੇ ਸੁੱਖ ਵਿੱਚ ਗੋਪਾਲ ਪਾਂਦਾ ਜੀ ਉਹਨਾਂ ਨੂੰ ਚਾਨਣ ਹੋ ਗਿਆ, ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਜੋ ਮਹਾਨ ਸੁਖ ਬਖਸ਼ਣ ਵਾਲਾ ਹੈ। ਚੌਪਈ
ਦੇਹ ਦੁਖੀ ਤੇ ਦੁਖ ਨਹਿ ਮਾਨਹਿ। ਜਿਨ੍ਹਾਂ ਨੇ ਆਪਣਾ ਨਿੱਜੀ ਸਰੂਪ ਜਾਣ ਲਿਆ ਹੈ, ਆਤਮ ਸਰੂਪ ਨੂੰ, ਉਹਨਾਂ ਦੀ ਦੇਹ ਨੂੰ ਭਾਵੇਂ ਕੋਈ ਜਾਂ ਸਰੀਰ ਕਰਕੇ ਦੁਖੀ ਹੋਈ ਜਾਣ, ਭਾਵੇਂ ਉਹਨਾਂ ਦੇ ਸਰੀਰ ਨੂੰ ਕੋਈ ਦੁਖੀ ਕਰੀ ਜਾਵੇ, ਜਾਂ ਕੋਈ ਵੈਰੀ ਜਿਹੜਾ ਦੁਸ਼ਟ ਹੈ ਉਹਨਾਂ ਨੂੰ ਪਰੇਸ਼ਾਨੀ ਦੇਈ ਜਾਵੇ, ਸਰੀਰ ਨੂੰ ਕੋਈ ਜਾਵੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੰਦੂ ਰੇਤਾ ਪਾਈ ਜਾਂਦਾ ਹੈ, ਤੱਤੀ ਲੋ 'ਤੇ ਬਿਠਾਈ ਜਾਂਦਾ ਹੈ ਵੀ ਸਰੀਰ ਨੂੰ ਕਸ਼ਟ ਹੋਊਗਾ ਤੇ ਗੁਰੂ ਸਾਹਿਬ ਜੀ ਮੇਰੇ ਰਿਸ਼ਤੇ ਨੂੰ ਮੰਨ ਲੈਣਗੇ, ਨਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਅਦਲਾ ਬਦਲੀ ਕਰ ਦੇਣਗੇ। ਸਰੀਰ ਨੂੰ ਦੁੱਖ ਦਿੰਦਾ ਹੈ। ਪਰ ਜਿਹੜੀ ਆਤਮਾ ਹੈ ਉਹ ਤਿੰਨਾਂ ਸਰੀਰਾਂ ਤੋਂ, ਪੰਜਾਂ ਕੋਸ਼ਾਂ ਤੋਂ ਪਰੇ ਹੈ। ਤੇ ਜਿਹੜੇ ਬ੍ਰਹਮ ਗਿਆਨੀਆਂ ਨੇ ਸਰੀਰ ਪਰੇ ਕਰ ਲਿਆ ਹੈ, ਆਤਮਾ ਪਰੇ ਕਰ ਲਈ ਹੈ, ਉਹਨਾਂ ਨੂੰ ਫਿਰ ਦੇਹ ਦਾ ਕਾਹਦਾ ਦੁੱਖ? ਦੇਹ ਦੀ ਨਰਾਦਰੀ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਕੋਈ ਕਹਿ ਦੇ ਆ ਜਾਤ ਦਾ ਨਾਮ ਲੈ ਕੇ ਉਹਨਾਂ ਨੂੰ ਕੋਈ ਮਾੜਾ ਕਹਿ ਦੇ, ਉਹ ਫਲਾਣਾ ਤੂੰ ਹੈ, ਜਾਤ ਦਾ ਨਾਮ ਲੈ ਕੇ, ਤੇ ਉਹ ਗੁੱਸਾ ਨਹੀਂ ਕਰਦੇ। ਕਿਉਂ ਨਹੀਂ ਗੁੱਸਾ ਕਰਦੇ? ਆਤਮਾ ਦੀ ਕੋਈ ਜਾਤ ਨਹੀਂ ਹੈ, ਜਾਤ ਤੇ ਸਰੀਰ ਦੀ ਹੈ। ਸਰੀਰ ਪੈਦਾ ਹੋ ਗਿਆ ਤੇ ਜਾਤ ਵਿੱਚ ਵੱਜ ਗਿਆ, ਸਰੀਰ ਪੈਦਾ ਹੋਇਆ ਤੇ ਰਿਸ਼ਤੇ ਵਿੱਚ ਵੱਜ ਗਿਆ। ਦੇਹ ਦੁਖੀ, ਆ ਦੇਹ ਉਹਨਾਂ ਦੀ ਕੋਈ ਦੇਹ ਨੂੰ ਦੁਖੀ ਕਰੀ ਜਾਵੇ, ਕਸ਼ਟ ਦੇਈ ਜਾਵੇ, ਕੋਈ ਵੈਰੀ ਹੋ ਗਏ, ਉਹ ਤੇ ਤੈਸਾ ਹਰਖ ਤੈਸਾ ਉਸ ਸੋਗ। ਤੈਸਾ ਹਰਖ ਤੈਸੀ ਖੁਸ਼ੀ ਹੈ, ਤੇ ਉਹ ਜਿਹਾ ਜਿਹੋ ਜਿਹੀ ਖੁਸ਼ੀ ਉਹ ਜਿਹਾ ਉਹਨਾਂ ਨੂੰ ਗਾਮ ਹੈ। ਇੱਕ ਸਮਾਨ ਹੈ ਭਾਵ ਦੋਵੇਂ ਸਮਿਆਂ 'ਚ। ਹਰਖ ਸੋਗ ਤੇ ਰਹਿ ਨਿਆਰੋ, ਹਰਖ ਸੋਗ ਤੇ ਉਹ ਨਿਆਰੇ ਰਹਿੰਦੇ ਆ ਖੁਸ਼ੀ ਗਮੀ ਤੋਂ। ਤੇ ਨਾ ਹੀ ਮਾਨ ਅਪਮਾਨਾ, ਨਾ ਜੇ ਕੋਈ ਮਾਣ ਕਰੀ ਜਾਵੇ ਉਹਨਾਂ ਸਤਿਕਾਰ, ਤੇ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ। ਉਹਨਾਂ ਦੀ ਇੱਜ਼ਤ ਆਪਣੇ ਵੱਲੋਂ ਲਾਉਣੀ ਚਾਹਵੇ, ਲੋਕਾਂ ਵਿੱਚ ਭੰਡੇ ਉਹਨਾਂ ਨੂੰ, ਉਹਨਾਂ ਦੀ ਬੇਅਦਬੀ ਨਹੀਂ ਹੁੰਦੀ ਹੈ। ਇਹ ਗੋਪਾਲ ਪਾਂਦਾ ਜੀ ਉਹਨਾਂ ਦੀ ਦੇਹ ਨੂੰ ਕੋਈ ਦੁਖੀ ਕਰੀ ਜਾਵੇ, ਉਹ ਦੁੱਖ ਨਹੀਂ ਮੰਨਦੇ। ਤਤ ਬੇਤੇ ਬ੍ਰਹਮ ਗਿਆਨੀ। ਅਨਕ ਬਿਲਾਸਨ ਸੁਖ ਨਹਿ ਜਾਣਹਿ। ਜਿਵੇਂ ਦੁਨੀਆ ਦੇ ਲੋਕ ਅਨੇਕਾਂ ਜਿਹੜੇ ਭੋਗ ਰਸਾਂ ਵਿੱਚ ਮਰ ਮਰ ਜਾਂਦੇ ਹੈ, ਆਪਣੀ ਇੱਜ਼ਤ ਲਵਾ ਬੈਂਦੇ, ਇਹਨਾਂ ਬਿਲਾਸਾਂ ਕੌਤਕਾਂ ਵਿੱਚ ਉਹ ਸੁੱਖ ਨਹੀਂ ਮੰਨਦੇ। ਰੱਬ ਦੇ ਭਗਤ ਸੰਤ ਫਿਰਤਾ ਪਾਏ ਨਾ ਡੋਲਹਿ ਸੋ। ਵਾਹਿਗੁਰੂ ਦੇ ਨਾਮ ਵਿੱਚ ਆਪਣੇ ਨਿੱਜੀ ਸਰੂਪ ਵਿੱਚ ਐਸੀ ਉਹ ਸਥਿਤੀ ਪਾਉਂਦੇ, ਟਿਕਾ ਪਾਉਂਦੇ ਆ, ਡੋਲਦੇ ਨਹੀਂ ਕਦੇ ਵੀ। ਰਹੇ ਏਕ ਸਰ ਦੁਵੈਤ ਹੈ ਖੋ। ਇੱਕ ਰਸ ਆਪਣੇ ਸਰੂਪ ਵਿੱਚ ਟਿਕੇ ਰਹਿੰਦੇ ਆ। ਦੁਤੀਆ ਭਾਅ ਇਹਨਾਂ ਨੇ ਖੋ ਦਿੱਤਾ ਹੈ, ਦਵੈਤ ਭਾਅ ਇਹਨਾਂ ਨੇ ਖੋ ਦਿੱਤਾ ਹੈ। ਜਿਹੜੀ ਦਵੈਤ ਭਾਅ ਹੈ ਇਹ ਇਹਨਾਂ ਨੇ ਖੋ ਦਿੱਤੀ ਹੈ। ਪਰਮੇਸ਼ਰ ਤੋਂ ਪਰੇ ਕਿਸੇ ਨੂੰ ਨਹੀਂ ਜਾਣਦੇ, ਦੂਸਰਾ ਰੂਪ ਜਾਣਦੇ ਕੋਈ ਨਹੀਂ। ਉਹ ਇੱਕ ਰਸ ਆਪਣੇ ਸਰੂਪ 'ਚ ਮਿਲੇ ਰਹਿੰਦੇ ਹੈ। ਸਾਨੂੰ ਦੁਤੀਆ ਭਾਅ ਹੈ ਤਾਂ ਹੀ ਦੁੱਖ ਹੈ। ਅਸੀਂ ਕੀ ਆ, ਮੈਂ ਵੱਡਾ ਹਾਂ ਉਹ ਛੋਟਾ ਹੈ। ਛੋਟੇ ਨੇ ਗੱਲ ਕੀਤੀ, ਮੈਨੂੰ ਗੱਲ ਕਿਉਂ ਕੀਤੀ? ਵੱਡੇ ਦਾ ਹੰਕਾਰ ਹੋਣੇ ਕਰਕੇ ਦੁੱਖ ਹੋ ਗਿਆ। ਤੇ ਜੇ ਇੱਕ ਰਸ ਜਾਣੇ ਵੀ ਜਿਹੜੀ ਜੋਤ ਹੈ ਉਹ ਤੇ ਘੱਟ ਵੱਧ ਨਹੀਂ ਕਿਸੇ 'ਚ, ਪਰਮੇਸ਼ਰ ਦੀ ਸਭ 'ਚ ਇੱਕ ਹੈ, ਦੁੱਖ ਨਹੀਂ ਹੁੰਦਾ ਹੈ। ਉਹ ਕੁੱਤਾ ਹੈ, ਮੈਂ ਬੰਦਾ ਹਾਂ, ਕੁੱਤਾ ਪੈ ਗਿਆ ਦੁੱਖ ਹੋ ਗਿਆ। ਦੁਤੀਆ ਭਾਅ ਹੈ ਭਾਵ ਦੂਸਰਾਪਣ ਹੈ। ਤੇ ਜਿਨ੍ਹਾਂ ਵਿੱਚ ਇੱਕ ਹੈ, ਇੱਕ ਭਾਅ ਹੈ ਭਾਵ ਇੱਕ ਪਰਮੇਸ਼ਰ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਉਹਨਾਂ ਨੂੰ ਦੁਤੀਆ ਭਾਅ ਫੁਰਦਾ ਨਹੀਂ ਹੈ। ਦੁਤੀਆ ਭਾਅ ਉਹ ਖੋ ਦਿੰਦੇ ਹੈ। ਨਿੱਜੀ ਸਰੂਪ ਆਪਣੇ ਆਤਮ ਸਰੂਪ ਵਿੱਚ ਉਹ ਇੱਕ ਰਸ ਆ ਟਿਕੇ ਰਹਿੰਦੇ, ਅਡੋਲ। ਜਨਮ ਮਰਨ ਤਿਨ ਤੇ ਛੁੱਟ ਗਏ। ਇਹ ਗੋਪਾਲ ਪਾਂਦਾ ਜੀ ਉਹਨਾਂ ਦੇ ਵਿੱਚੋਂ, ਉਹਨਾਂ ਤੋਂ ਆ ਜਨਮ ਮਰਨ, ਜੰਮਣਾ, ਜੰਮ ਕੇ ਆਉਣਾ, ਮਰ ਕੇ ਜਾਣਾ, ਇਹ ਤੋਂ ਛੁੱਟ ਗਏ ਉਹ ਤਤ ਬੇਤੇ ਬ੍ਰਹਮ ਗਿਆਨੀ। ਹਰ ਪਦ ਪਾਏ ਮੁਕਤ ਸੋ ਭਏ। ਹਰੀ ਦਾ ਨਾਮ ਜਪ ਕੇ, ਹਰੀ ਦਾ ਪਦ ਜਿਹੜਾ ਪਰਮ ਪਦ ਉੱਚ ਪਦ ਵੀ ਹੈ, ਉਸ ਨੂੰ ਪਾ ਲਿਆ ਹੈ ਉਹਨਾਂ ਨੇ, ਉਹ ਮੁਕਤ ਹੋ ਗਏ ਹੈ। ਅਸ ਬਿਦ ਪਾਂਦਾ ਹਿਰਦੈ ਤਰੀਜੈ। ਇਹ ਗੋਪਾਲ ਪਾਂਦਾ ਜੀ
ਇਸ ਤਰ੍ਹਾਂ ਦੇ ਨਾਲ ਆਪਣੇ ਹਿਰਦੇ ਵਿੱਚ ਧਾਰ ਲਈਏ। ਤਨ ਅਭਿਮਾਨ ਨਾ ਮੂਲ ਕਰੀਜੈ। ਇਹ ਜਿਹੜਾ ਦੇਹ ਦਾ ਅਭਿਮਾਨ ਹੈ ਨਾ, ਦੇਹ ਦੀ ਹੰਗਤਾ, ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਅੱਜ ਖੁਸ਼ ਹਾਂ, ਮੈਂ ਅੱਜ ਰੋਂਦਾ ਹਾਂ, ਇਹ ਜਿਹੜਾ ਸਰੀਰ ਹੈ ਇਹਨੂੰ ਤੇ ਤਨ ਅਭਿਮਾਨ, ਦੇਹ ਦਾ ਅਭਿਮਾਨ ਮੁੱਢੋਂ ਨਾ ਕਰੀਏ, ਇਹ ਦੁਖਦਾਈ ਹੈ। ਹਰ ਸਿਮਰਨ ਕਰ ਆਪਾ ਹਰੀਏ। ਹਰੀ ਪਰਮੇਸ਼ਰ ਦਾ ਸਿਮਰਨ ਕਰਕੇ ਜਿਹੜਾ ਆਪਾ ਭਾਵ ਹੈ, ਸਰੀਰ ਦੀ ਹੰਗਤਾ, ਇਹਨੂੰ ਨਾਸ ਕਰੀਏ, ਨਾਸ ਕਰ ਦਈਏ, ਛੱਡ ਦਈਏ। ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ। ਉਸ ਮਾਲਕ ਤੋਂ ਬਿਨਾ ਕਿ ਹੋਰ ਕੋਈ ਨੂੰ ਦ੍ਰਿਸ਼ਟੀ ਨਾ ਧਰੀਏ ਕਿ ਸਾਨੂੰ ਹੋਰ ਕੋਈ ਨਿੱਜੇ ਸਰੂਪ ਦਾ ਗਿਆਨ ਕਰਾ ਦੋ, ਉਹ ਮਾਲਕ ਹੀ ਕਰਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਹਰ ਬਿਨ ਹੋਰ ਨਾ ਕਿਸੇ ਨੂੰ ਦ੍ਰਿਸ਼ਟੀ ਧਰੀਏ ਕਿ ਦੂਜੇ ਵਸਦੇ ਆ, ਦੂਜਾ ਕੋਈ ਨਹੀਂ ਵਸਦਾ ਹੈ। ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਇੱਕੋ ਹੀ ਪਸਰ ਰਿਹਾ ਹੈ, ਦੂਜਾ ਨਹੀਂ ਕੋਈ ਦਿਖ ਰਿਹਾ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਸਾਧ ਸੰਗਤ ਜੀ, ਸਾਨੂੰ ਤੇ ਵਖਰੇਵਾਂ ਪਾਣੀ ਦਿਸਦਾ ਹੈ, ਫਲਾਣਾ ਹੈ, ਉਹ ਢਿੰਗਾਣਾ ਹੈ, ਕਿਉਂਕਿ ਸਾਡੀ ਅਵਸਥਾ ਨਹੀਂ ਹੈ। ਜਿੰਨਾ ਚਿਰ ਬੰਦੇ ਦੀ ਉਹ ਅਵਸਥਾ ਨਹੀਂ ਹੁੰਦੀ, ਉਹਦੇ ਵਾਸਤੇ ਉਹ ਗਿਆਨ ਵੀ ਕਿਸੇ ਕੰਮ ਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗਿਆਨ ਹੈ ਉਹ ਤੇ ਮਹਾਨ ਅਵਸਥਾ ਵਾਲਾ, ਆਤਮ ਗਿਆਨ ਵਾਲਾ ਹੈ, ਬ੍ਰਹਮ ਗਿਆਨ ਵਾਲਾ ਹੈ। ਜਦੋਂ ਥੋੜ੍ਹਾ ਜਿਹਾ ਕਿਣਕਾ ਮਾਤਰ ਵਸ ਜਾਵੇ ਫਿਰ ਇਹ ਭੇਦ ਦੀ ਸਮਝ ਆਉਂਦੀ ਹੈ। ਸੱਚੇ ਪਾਤਸ਼ਾਹ ਇੱਥੇ ਫਰਮਾਨ ਕਰ ਰਹੇ ਗੋਪਾਲ ਪਾਂਧਾ ਜੀ, ਹਰੀ ਮਾਲਕ ਤੋਂ ਬਿਨਾ ਕਿਸੇ ਨੂੰ ਹੋਰ ਨਾ ਦ੍ਰਿਸ਼ਟੀ ਵਿੱਚ ਧਰੀਏ। ਦੁਰਲਭ ਨਰ ਤਨ ਕਰਹੁ ਸਕਾਰਥ। ਇਹ ਜਿਹੜਾ ਮਨੁੱਖਾ ਸਰੀਰ ਬੜਾ ਕਠਿਨ ਮਿਲਿਆ, ਇਹਨੂੰ ਸਫਲਾ ਕਰ ਲਈਏ। ਪੁਨ ਨਾ ਜਨਮ ਪਾਵਹਿ ਪਰਮਾਰਥ। ਜਦੋਂ ਉਹ ਜੀਵ ਪਰਮ ਅਰਥ ਗਿਆਨ ਸਰੂਪ ਪਰਮੇਸ਼ਰ ਵਾਹਿਗੁਰੂ ਨੂੰ ਪਾ ਲੈਂਦਾ, ਫਿਰ ਉਹ ਜਨਮ ਨਹੀਂ ਪਾਉਂਦਾ, ਉਹ ਜੰਮ ਕੇ ਨਹੀਂ ਆਉਂਦਾ, ਮਰ ਕੇ ਨਹੀਂ ਜਾਂਦਾ। ਸੁਨ ਪਾਂਦਾ ਪਾਇਨ ਪਰਾ। ਗੁਰੂ ਨਾਨਕ ਸਾਹਿਬ ਜੀ ਉਮਰ ਦੇ 6.5 ਸਾਲ ਦੇ ਕਰੀਬ ਹੈ। ਉਹ ਪਾਠਸ਼ਾਲਾ ਵਿੱਚ ਐਸੀ ਉਹ ਸਿੱਖਿਆ ਦਿੱਤੀ ਸ਼ਬਦ ਰਾਹੀਂ। ਗੋਪਾਲ ਪਾਂਧੇ ਨੇ ਜਦੋਂ ਐਸਾ ਸੁਣਿਆ ਹੈ, ਕੰਨਾਂ ਵਿੱਚ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਚਰਨੀ ਢਹਿ ਪਿਆ ਹੈ। ਹੌਸ ਬੰਦ ਮਤ ਮੰਦ। ਮਹਾਰਾਜ ਅਸੀਂ ਨੇ ਭੈੜੀ ਮੱਤ ਵਾਲੇ ਹਾਂ, ਮੈਂ ਮੰਦੀ ਮੱਤ ਵਾਲਾ। ਗੁਰੂ ਨਾਨਕ ਸਾਹਿਬ ਜੀ ਬੰਧਨਾਂ ਦੇ ਸਹਿਤ ਹਾਂ, ਬੰਧਨਾਂ ਵਿੱਚ ਬੱਝਾਂ ਹੋਇਆ ਹਾਂ। ਸਾਨੂੰ ਦੇ ਬੰਧਨ ਹੀ ਪਏ ਹੋਏ ਆ, ਰਿਸ਼ਤੇਦਾਰੀਆਂ ਦੇ, ਸਰੀਰ ਦੇ ਕਈ ਤਰ੍ਹਾਂ ਦੇ ਬੰਧਨਾਂ 'ਚ, ਜੰਮਣ ਮਰਨ ਦੇ ਬੰਧਨ ਪਏ ਹੋਏ ਹੈ ਮਾਲਕ ਗੁਰੂ ਨਾਨਕ ਸਾਹਿਬ ਜੀ। ਲਖੀ ਨਾ ਤੁਵ ਗਤ ਜਾਵਹੀ। ਇਹ ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਗਤੀ ਅਵਸਥਾ ਹੈ ਉਹ ਜਾਣੀ ਨਹੀਂ ਜਾ ਸਕਦੀ। ਜਿਸ ਕੇ ਚਲਤ ਨਾ ਜਾਹੀ ਲਖਣੇ। ਅਜੀ ਦੇ ਕੌਤਕ ਨਹੀਂ ਨਾ ਜਾਣੇ ਜਾਂਦੇ ਪਰਮੇਸ਼ਰ ਦੇ, ਤੁਸੀਂ ਤੇ ਉਹੀ ਪਰਮੇਸ਼ਰ ਹੋ। ਭਾ ਅਵਤਾਰ ਮੁਕੰਦ। ਮੈਂ ਤੇ ਜਾਣ ਲਿਆ ਹੈ ਕਿ ਜੋ ਪਰਮੇਸ਼ਰ ਮੁਕੰਦ ਮੁਕੰਦ ਜਪੋ ਸੰਸਾਰ, ਮੁਕਤੀ ਦੇਣ ਵਾਲਾ ਪਰਮਾਤਮਾ ਹੈ। ਤੁਸੀਂ ਤਾਂ ਉਸ ਦਾ ਅਵਤਾਰ ਹੋ ਗਏ ਹੋ। ਜੋ ਬਈ ਬਦਨ ਗਿਰਾ ਤਬ ਜਿਉ ਕਰਵਾਰਾ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪਾਂਧਾ ਗੋਪਾਲ ਇੰਨੀ ਸ਼ਰਧਾ ਆ ਗਈ, ਕਹਿਣ ਲੱਗਾ ਮਹਾਰਾਜ ਤੁਹਾਡੇ ਜਿਹੜੇ ਮੁਖ ਤੋਂ ਬਚਨ ਨਿਕਲਦੇ ਹੈ, ਤੁਹਾਡੇ ਜਿਹੜੇ ਬਚਨ ਹੈ ਇਹ ਤੇ ਜਿਵੇਂ ਤਿੱਖੀ ਤਲਵਾਰ ਹੋਵੇ, ਇਵੇਂ ਤੁਹਾਡੇ ਬਾਣੀ ਰੂਪ ਜਿਹੜੇ ਬਚਨ ਹੈ ਤਿੱਖੀ ਤਲਵਾਰ ਵਾਂਗ ਹਨ। ਗਿਆਨ ਸਾਨ ਪਰ ਤੇ ਖਰ ਧਾਰਾ। ਬਾਣੀ ਰੂਪ ਜਿਹੜੇ ਬਚਨ ਹੈ ਤਿੱਖੀ ਤਲਵਾਰ ਵਾਂਗ, ਉਹ ਗਿਆਨ ਦੀ ਸਾਨ ਉੱਪਰ ਉਸ ਦੀ ਜਿਹੜੀ ਧਾਰ ਆ ਤਿੱਖੀ ਹੋਈ ਹੈ। ਭਗਤ ਮੁਸ਼ਟ ਕੇ ਸੰਗ ਜਟੀ ਸੋ। ਬਾਣੀ ਰੂਪ ਜਿਹੜੀ ਤਲਵਾਰ ਹੈ ਮਹਾਰਾਜ ਆਪ ਜੀ ਦੇ ਪਾਸ, ਉਹ ਗਿਆਨ ਦੀ ਸਾਨ ਦੀ ਧਾਰ ਤੇ ਤਿੱਖੀ ਹੋਈ ਹੈ, ਜਿਸ ਨੂੰ ਆ ਭਗਤੀ ਰੂਪ ਮੁੱਠੀ ਜਿਹੜੀ ਉਹ ਜੜੀ ਹੋਈ ਬੜੀ ਸੁੰਦਰ। ਡਿੱਡ ਬੈਰਾਗ ਆਕਾਰ ਘਟੀ ਸੋ। ਤੇ ਜਿਹੜਾ ਦ੍ਰਿੜ ਬੈਰਾਗ ਹੈ, ਤਰਤੀਬਰ ਤਰਤਮ ਬੈਰਾਗ, ਜਿਹੜਾ ਇਹ ਸਰੀਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਭੋਗ ਪਦਾਰਥ ਹੈ, ਇਹਨਾਂ ਨੂੰ ਕਾਂ ਦੀ ਵਿਸ਼ਟਾ ਸਮਾਨ ਜਾਂ ਜਿਵੇਂ ਕਿਸੇ ਪੁਰਸ਼ ਨੇ ਉਛਾਲੀ ਕੀਤੀ ਹੁੰਦੀ ਹੈ ਤੇ ਉਹਦੇ ਸਮਾਨ
ਆ ਘਿਰਣਾ ਕਰਨੀ, ਨਫ਼ਰਤ ਕਰਨੀ, ਸਮਝ ਕੇ ਛੱਡ ਦੇਣੇ ਪਦਾਰਥ ਦੁਨੀਆ ਦੇ, ਦੇਹ ਤੋਂ ਲੈ ਕੇ ਤੇ ਬ੍ਰਹਮ ਲੋਕ ਤੱਕ। ਇਹ ਹੈ ਤਰਤੀਬਰ ਤਰਤਮ ਵੈਰਾਗ, ਮਹਾਨ ਵੱਡਾ ਵੈਰਾਗ, ਜਿਹਨੂੰ ਸ਼ੇਰ ਵੈਰਾਗ ਕਹਿ ਲਈਦਾ ਸਿੱਧਾ ਜਿਹਾ। ਗੁਰੂ ਨਾਨਕ ਸਾਹਿਬ ਜੀ ਬਾਣੀ ਰੂਪ ਆਪ ਜੀ ਦੀ ਜਿਹੜੀ ਤਲਵਾਰ ਹੈ, ਉਹ ਵੈਰਾਗ ਜਿਹੜਾ ਪੱਕਾ ਦ੍ਰਿੜ ਵੈਰਾਗ ਹੈ, ਉਸ ਦੇ ਸੁੰਦਰ ਆਕਾਰ ਨਾਲ ਆ ਜੜੀ ਹੋਈ ਆ, ਘੜੀ ਹੋਈ ਹੈ। ਜੋ ਸੂਰਾ ਇਸ ਸਨਮੁਖ ਧਾਵਹਿ, ਜਿਹੜਾ ਕੋਈ ਮੁਕਤੀ ਦੀ ਇੱਛਾ ਵਾਲਾ ਸੂਰਮਾ ਇਸ ਤੇ ਬਾਣੀ ਰੂਪ ਤਲਵਾਰ ਦੇ ਅੱਗੇ ਦੌੜੇਗਾ, ਆ ਸਾਹਮਣੇ ਆਵੇਗਾ। ਅੰਗ ਅਗਿਆਨਤਾ ਹੈ ਕਟ ਜਾਵਹਿ, ਉਸ ਦਾ ਜਿਹੜਾ ਆ ਅਗਿਆਨ ਰੂਪੀ ਅੰਗ ਹੈ ਨਾ, ਬੇਸਮਝੀ ਆ ਦੇ ਅਭਿਮਾਨ ਰੂਪੀ ਅੰਗ ਅਗਿਆਨ ਦੇ, ਇਹ ਅਗਿਆਨ ਰੂਪੀ ਅੰਗ ਉਹਨਾਂ ਦੇ ਕੱਟੇ ਜਾਣਗੇ। ਨਿਜ ਸਰੂਪ ਕੀ ਲਖਤਾ ਹੋਈ, ਆਪਣੇ ਨਿੱਜੀ ਸਰੂਪ ਆਤਮ ਦੀ ਉਹਨਾਂ ਨੂੰ ਜਾਣਕਾਰੀ ਹੋ ਜਾਵੇਗੀ, ਲਖਤਾ ਹੋ ਜਾਵੇਗੀ। ਤੇ ਭਟ ਮਿਲਿਓ ਸੁਰਗ ਸੁਖ ਸੋਈ, ਉਸ ਸੂਰਮੇ ਨੂੰ ਇਹ ਜਿਹੜਾ ਸਵਰਗ ਰੂਪੀ ਜਿਹੜਾ ਸੁਖ ਹੈ ਉਹ ਪ੍ਰਾਪਤ ਹੋ ਜਾਵੇਗਾ, ਮਿਲ ਜਾਵੇਗਾ। ਵਿਸ਼ੇ ਫਸੇ ਕਾਤਰ ਡਰ ਪਾਹੀ, ਬਾਕੀ ਮਹਾਰਾਜ ਜਿਹੜੇ ਲੋਕ ਆ ਵਿਸ਼ਿਆਂ ਦੇ ਵਿੱਚ ਫਸੇ ਹੋਏ ਆ, ਵਿਕਾਰਾਂ ਵਿੱਚ ਫਸੇ ਹੋਏ ਆ, ਉਹ ਕਾਇਰ ਲੋਕ ਇਹ ਬਾਣੀ ਰੂਪ ਤਲਵਾਰ ਤੋਂ ਆ ਡਰ ਪਾਉਣਗੇ, ਆ ਡਰਨਗੇ। ਬੇਮੁਖ ਭਏ ਨਹਿ ਧੀਰ ਤਰਾਹੀ, ਉਹ ਬੇਮੁਖ ਹੋਏ ਜਿਹੜੇ ਲੋਕ ਐ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਕਾਇਰ ਲੋਕ, ਉਹ ਆਪ ਜੀ ਦੀ ਬਾਣੀ ਰੂਪ ਤਲਵਾਰ ਨੂੰ ਵੇਖ ਕੇ ਧੀਰਜ ਨਹੀਂ ਧਰਨਗੇ, ਆ ਪਿੱਛੇ ਪਿੱਛੇ ਰਹਿਣਗੇ, ਆ ਸੁਣ ਕੇ ਸਗੋਂ ਹੀ ਅੱਗ ਦੇ ਵਿਰੋਲੇ ਹੋਣਗੇ। ਗਇਓ ਲੋਕ ਪਰਲੋਕ ਡਰ ਬਿਗਾਰਾ, ਮਹਾਰਾਜ ਉਹਨਾਂ ਲੋਕ ਤੇ ਇਹ ਗਵਾ ਲਿਆ ਹੈ, ਜਿਹੜਾ ਪਰਲੋਕ ਉਹਨਾਂ ਨੇ ਇਹ ਵੀ ਵਿਗਾੜ ਹੀ ਲਿਆ ਹੈ। ਪਰਲੋਕ ਵਿੱਚ ਵੀ ਜਸ ਨਹੀਂ ਪਾਉਣਗੇ, ਉੱਥੇ ਮਾਰ ਹੀ ਪਵੇਗੀ ਉਹਨਾਂ ਨੂੰ। ਰਣ ਤਨ ਮਾਨੁਖ ਪਿਛ ਪਗ ਧਾਰਾ, ਚਾਹੀਦਾ ਤੇ ਇਹ ਸੀ ਕਿ ਜਿਹੜਾ ਇਹ ਮਨੁੱਖ ਰੂਪੀ ਸਰੀਰ ਹੈ, ਇਹ ਤੇ ਜੰਗ ਯੁੱਧ ਦਾ ਸਮਾਂ ਸੀ, ਤੇ ਪੈਰ ਚਾਹੀਦਾ ਸੀ ਕਿ ਉਹ ਸੂਰਮਦਾਈ ਨਾਲ ਆਪਣਾ ਪੈਰ ਇਸ ਸਰੀਰ ਰੂਪੀ ਰਣ ਯੁੱਧ ਦੇ ਵਿੱਚ, ਮਨੁੱਖਾ ਸਰੀਰ ਰੂਪੀ ਰਣ ਯੁੱਧ ਦੇ ਵਿੱਚ ਗੁਰੂ ਦੀ ਬਾਣੀ ਰੂਪ ਤਲਵਾਰ ਦੇ ਸਾਹਮਣੇ ਹੁੰਦੇ ਤੇ ਗਿਆਨ ਰੂਪੀ ਇਹਨਾਂ ਦੇ ਅੰਗ ਕੱਟੇ ਜਾਂਦੇ, ਜਿਸ ਕਰਕੇ ਮੁਕਤੀ ਫਲ ਨੂੰ ਪਾਉਂਦੇ। ਪਰ ਉਹਨਾਂ ਨੇ ਡਰਪੋਕ ਲੋਕਾਂ ਨੇ ਆ ਪਿੱਛੇ ਹੀ ਪੈਰ ਪਾ ਲਿਆ, ਆ ਸਾਹਮਣੇ ਨਹੀਂ ਹੁੰਦੇ ਬਾਣੀ ਤਲਵਾਰ ਦੇ ਅੱਗੇ। ਦੋਹਰਾ ਅਕਸਮਾਤ ਕਰਨਾ ਕਰੀ, ਸਤਿਗੁਰੂ ਮਹਾਰਾਜ ਜੀ ਦੀ ਜਦੋਂ ਗੋਪਾਲ ਪੰਥ ਨੇ ਵੀ ਵਡਿਆਈ ਕੀਤੀ, ਮਹਿਮਾ ਦੇ ਬਚਨ ਕਹੇ ਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਆਪ ਦੇ ਮੁਖ ਤੋਂ ਬਾਣੀ ਨਿਕਲਦੀ ਹੈ, ਤੇ ਜਿਵੇਂ ਤਿੱਖੀ ਤਲਵਾਰ ਗਿਆਨ ਦੀ ਸਾਣ ਤੇ ਧਾਰ ਤੇ ਤਿੱਖੀ ਹੋਈ ਹੋਵੇ, ਤੇ ਉਸ ਬਾਣੀ ਰੂਪ ਤਲਵਾਰ ਜਿਹੜੀ ਭਗਤੀ ਦੀ ਮੁੱਠੀ ਨਾਲ ਜੜੀ ਹੋਈ ਹੈ, ਤੇ ਆ ਦ੍ਰਿੜ ਵਿਰਾਗ ਦੇ ਨਾਲ ਘੜੀ ਹੋਈ ਹੈ, ਤੇ ਉਹਦੇ ਸਾਹਮਣੇ ਜਿਹੜੇ ਸੂਰਮੇ ਮੁਕਤੀ ਦੀ ਇੱਛਾ ਵਾਲੇ ਹੋਣਗੇ, ਉਹ ਤੇ ਗਿਆਨ ਦੇ ਅੰਗ ਕਟਾ ਲੈਣਗੇ। ਬਾਕੀ ਡਰਪੋਕ ਲੋਕ ਨਹੀਂ ਹੋਣਗੇ, ਉਹ ਪਿੱਛੇ ਪਿੱਛੇ ਪੈਰ ਪਾਉਣਗੇ। ਜਦੋਂ ਐਵੇਂ ਗੋਪਾਲ ਪਾਂਧੇ ਨੇ ਉਸ ਸਤਿ ਦੇ ਬਚਨ ਕੀਤੇ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਅਕਸ ਮਾਤਰ ਅਚਾਨਕ ਹੀ ਕਿਰਪਾ ਕੀਤੀ ਹੈ, ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਹੈ। ਦੇਖ ਦੀਨਾ ਗਤ ਦਾਨ, ਜੋ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਹੈ, ਗੋਪਾਲ ਪਾਂਧੇ ਦੀ ਦੀਨਤਾਈ ਆ ਨਿਮਰਤਾ ਦੇਖ ਕੇ ਲਿਵ ਲਾਗੀ ਮਨ ਭਜਨ ਕੀ, ਅਕਸ ਮਾਤਰ ਅਚਾਨਕ ਤੇ ਕਿਰਪਾ ਭਰੀ ਮਿਹਰ ਕੀਤੀ ਗੁਰੂ ਮਹਾਰਾਜ ਜੀ ਨੇ। ਇਹ ਲਿਵ ਲਾਗੀ ਮਨ ਭਜਨ ਕੀ, ਕਹਿੰਦੇ ਗੋਪਾਲ ਪਾਂਧੇ ਵੱਲ ਜਦੋਂ ਇਸ ਤਰ੍ਹਾਂ ਵੇਖਿਆ ਹੈ, ਇਹਦੀ ਤੇ ਮਨ ਦੀ ਉੱਥੇ ਲਿਵ ਲੱਗ ਗਈ ਪਰਮੇਸ਼ਰ ਵਿੱਚ। ਸੁਨੇ ਬੈਨ ਜਬ ਕਾਨ, ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਗੋਪਾਲ ਪਾਂਧੇ ਦੇ ਬਚਨ ਇਹੋ ਜਿਹੇ ਸੁਣੇ ਆ, ਮਿਹਰ ਕੀਤੀ, ਇਹਦੀ ਤੇ ਮਨ ਦੀ ਲਿਵ ਲੱਗ ਗਈ ਉੱਥੇ। ਜੋ ਪਈ ਤਬ ਕਬੋਲ ਕਲ ਬੋਲ ਅਮੁੱਲ ਹੈ, ਗੁਰੂ ਮਹਾਰਾਜ
ਉਮਰ ਦੇ ਛੋਟੇ ਹੈ। ਗੋਪਾਲ ਪਾਂਦਾ ਵੱਡੀ ਉਮਰ ਦਾ ਬਜ਼ੁਰਗਾਂ ਵੱਤ ਹੈ, ਪਰ ਜਿਨ੍ਹਾਂ ਨੂੰ ਗਿਆਨ ਦੀ ਪਿਆਸ ਹੈ, ਜਿਨ੍ਹਾਂ ਨੂੰ ਆਪਣੇ ਭਲੇ ਦੀ ਲੋੜ ਹੈ, ਉਹ ਵੱਡਾ ਛੋਟਾ ਨਹੀਂ ਵੇਖਦੇ। ਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਤੇ ਭਾਵੇਂ ਉਹ ਛੋਟੇ ਦੇਖ ਰਹੇ, ਪਰ ਗੁਰੂ ਜੀ ਦੇ ਹੈ ਪਰਮ ਪਰਮੇਸ਼ਰ ਪਰਮਾਤਮਾ। ਗੋਪਾਲ ਪਾਂਦੇ ਤੇ ਮਿਹਰ ਕੀਤੀ, ਲਿਵ ਲਾਗੀ। ਫਿਰ ਕਹਿਣ ਲੱਗਾ, ਮਹਾਰਾਜ ਆ ਤੁਹਾਡੇ ਗੱਲਾਂ ਦੇ ਵਿੱਚੋਂ ਜਿਹੜੇ ਆ ਸੁੰਦਰ ਬਚਨ ਨਿਕਲਦੇ ਆ ਨਾ, ਆਪ ਜੀ ਦੇ ਬਚਨ ਬੜੇ ਮਹਾਨ, ਸੁੰਦਰ ਤੇ ਅਮੋਲਕ ਹੀ ਹਨ। ਜਿਉ ਤਾਲੀ ਗੁਨਾ ਕੁਲਫਹ ਖੋਲਹ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਆ ਕੁੰਜੀ ਵਿੱਚ ਗੁਣ ਹੁੰਦਾ ਕਿ ਉਹ ਜਿੰਦਰੇ ਨੂੰ ਖੋਲ ਦਿੰਦੀ ਹੈ, ਇਸੇ ਤਰ੍ਹਾਂ ਆਪ ਜੀ ਦੀ ਜਿਹੜੀ ਬਾਣੀ ਉਹ ਕੁੰਜੀ ਵਾਂਗ ਹੈ, ਉਹ ਗੁਣਾ ਰੂਪੀ ਜਿੰਦਰੇ ਨੂੰ ਖੋਲਣ ਵਾਲੀ ਹੈ। ਇਸੇ ਤਰ੍ਹਾਂ ਅਗਿਆਨ ਰੂਪੀ ਜਿਹੜਾ ਜਿੰਦਰਾ ਹੈ, ਆਪ ਜੀ ਦੀ ਬਾਣੀ ਰੂਪ ਕੁੰਜੀ ਉਸ ਨੂੰ ਖੋਲਣ ਵਾਲੀ ਹੈ। ਵਾਕ ਅਨੂਚਿਤ ਮੈਂ ਜੋ ਬਖਾਨੇ। ਗੋਪਾਲ ਪਾਂਦਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆ ਜਿਹੜੇ ਮੈਂ ਤੁਹਾਨੂੰ ਆ ਬਚਨ ਜੇ ਕਹੇ ਸੀ ਨਾ ਪਹਿਲਾਂ ਗੁੱਸੇ ਵਿੱਚ ਆ ਕੇ ਕਿ ਤੁਹਾਡਾ ਜੀ ਕਰਦਾ ਹੋਣਾ ਖੇਡਣ ਨੂੰ, ਮੈਂ ਤੁਹਾਡੇ ਸੋਟੀਆਂ ਮਾਰਾਂਗਾ ਜੇ ਤੁਸੀਂ ਆ ਖੇਡਣ ਵੱਲ ਧਿਆਨ ਕੀਤਾ ਤੇ ਤੁਸੀਂ ਕਿਉਂ ਨਹੀਂ ਪੜ੍ਹਦੇ ਹੋ। ਇਹ ਜਿਹੜੇ ਮਹਾਰਾਜ ਮੈਂ ਜੋਗ ਜੇ ਬਚਨ ਤੁਹਾਨੂੰ ਕਹੇ ਆ ਉਹ ਬੇਸਮਝੀ ਵਿੱਚ। ਸ਼ਿਮਾ ਕਰੋ ਅਬ ਸ਼੍ਰੀ ਪ੍ਰਭ ਜਾਣੇ। ਗੁਰੂ ਸਾਹਿਬ ਜੀ ਮੇਰੇ ਤੇ ਆ ਮੈਨੂੰ ਖਿਮਾ ਹੀ ਕਰੋ, ਮੇਰੇ ਤੇ ਮਿਹਰ ਹੀ ਕਰੋ, ਮੈਂ ਹੁਣ ਤੁਹਾਨੂੰ ਆ ਸ੍ਰੀ ਪ੍ਰਭੂ ਪਰਮੇਸ਼ਰ ਜਾਣ ਲਿਆ ਹੈ। ਅਸ ਕਹਿ ਵਾਰ ਵਾਰ ਪਦ ਬੰਦਨਾ। ਇਸ ਤਰ੍ਹਾਂ ਕਹਿ ਕੇ ਗੋਪਾਲ ਪਾਂਦਾ ਇੰਨਾ ਨਿਮਾਣਾ ਹੋਇਆ ਹੈ, ਵਾਰ ਵਾਰ ਹੀ ਗੁਰੂ ਦੇ ਚਰਨਾਂ ਤੇ ਬੰਦਨਾ ਹੀ ਕਰੀ ਜਾਂਦਾ, ਮੱਥੇ ਟੇਕੀ ਜਾਂਦਾ ਹੈ। ਤੁਝ ਦਰਸ਼ਨ ਤ੍ਰਤਾਪ ਨਿਕੰਦਨਾ। ਕਹਿਣ ਲੱਗਾ, ਹੇ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਜਿਹੜੇ ਦਰਸ਼ਨ ਹੈ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਹੈ। ਆ ਜਿਹੜੇ ਮਨ ਦੇ ਰੋਗ ਹੈ, ਗਮ ਜੇ ਫਿਕਰ ਜੇ ਹੈ, ਇਹਨਾਂ ਨੂੰ ਕੱਟਣ ਵਾਲਾ ਆਪ ਜੀ ਦਾ ਦਰਸ਼ਨ। ਫਿਰ ਆ ਜਿਹੜੇ ਸਰੀਰ ਦੇ ਤਰ੍ਹਾਂ ਤਰ੍ਹਾਂ ਦੇ ਬਿਮਾਰੀਆਂ ਦੇ ਦੁੱਖ ਹੈ, ਇਹਨਾਂ ਨੂੰ ਕੱਟਣ ਵਾਲਾ ਆਪ ਜੀ ਦਾ ਦਰਸ਼ਨ। ਆ ਉਪਾਦ ਆਦ ਵਿਆਦ ਉਪਾਦ, ਆ ਜਿਹੜਾ ਉਪਾਧੀ ਦਾ ਬੜਾ ਭਾਰੀ ਦੁੱਖ ਹੈ, ਅਚਨਚੇਤ ਦੀਆਂ ਗ੍ਰਹਿਾਂ ਕਰਕੇ, ਦੇਵਤਿਆਂ ਕਰਕੇ, ਜਾਂ ਉੱਤੋਂ ਹੀ ਅਪੱਧਰ ਲੜਾਈ ਝਗੜੇ ਹੋ ਜਾਣੇ, ਬੋਲੀ ਬਾਣੀ ਕਰਕੇ, ਐਕਸੀਡੈਂਟ ਆਦਿਕ ਹੋ ਜਾਣਾ, ਅਚਨਚੇਤ ਜਾਂ ਕੋਈ ਬਿਪਤਾ ਪੈ ਜਾਣੀ। ਇਹ ਤਿੰਨ ਤਰ੍ਹਾਂ ਦੇ ਜਿਹੜੇ ਮਹਾਰਾਜ ਇਹ ਤਾਪ ਹੈ, ਉਹਨਾਂ ਨੂੰ ਕੱਟਣ ਵਾਲੇ ਤੁਹਾਡੇ ਦਰਸ਼ਨ। ਨਾਮ ਧਰਾਇਓ ਕਾਲੂ ਨੰਦਨਾ। ਆਪ ਜੀ ਨੇ ਤੇ ਐਵੇਂ ਕੌਤਕ ਕਰਨ ਵਾਸਤੇ ਬਾਬਾ ਕਾਲੂ ਜੀ ਦੇ ਘਰ ਆਪਣਾ ਨਾਨਕ ਨਾਮ ਪੁੱਤਰ ਰਖਾ ਕਰਕੇ ਰਖਾਇਆ ਵੀ ਅਸੀਂ ਆ ਕਲਿਆਣ ਚੰਦ ਦੇ ਪੁੱਤਰ ਹਾਂ। ਨਰ ਤਾਰਨ ਕਲ ਕੇ ਮਤ ਮੰਦਨਾ। ਅਸਲ ਵਿੱਚ ਤੇ ਜਿਹੜੇ ਭੈੜੀ ਮੱਤ ਵਾਲੇ ਕਲਯੁਗ ਦੇ ਜੀਵ ਹੈ, ਉਹਨਾਂ ਨੂੰ ਤਾਰਨ ਵਾਸਤੇ ਤੁਸੀਂ ਆਏ ਹੋ। ਇਹਦੇ ਇੱਕ ਬਿਧ ਬਣਾਈ ਹੈ ਕਿ ਬਾਬਾ ਕਲਿਆਣ ਚੰਦ ਜੀ ਦੇ ਘਰ ਤੁਸਾਂ ਨੇ ਅਵਤਾਰ ਲੈ ਕੇ ਤੇ ਆਪਣੇ ਆਪ ਨੂੰ ਨਾਨਕ ਕਰਕੇ ਪੁੱਤਰ ਅਖਵਾ ਰਹੇ ਹੋ। ਬਹੁਰ ਭਇਓ ਤੂਸ਼ਨੀ ਪਾਂਦਾ। ਗੋਪਾਲ ਪਾਂਦਾ ਗਿਆਨ ਦੇ ਨਾਲ ਭਰ ਗਿਆ ਹੈ, ਹੁਣ ਗੱਲ ਨਹੀਂ ਮੂੰਹ ਹੁੰਦੀ ਤੇ ਗੋਪਾਲ ਪਾਂਦਾ ਇਉਂ ਕਹਿ ਕੇ ਚੁੱਪ ਕਰ ਗਿਆ। ਹੁਣ ਔਰ ਲੱਖ ਕਰ ਸੁਖ ਅਕਥ ਅਗਾਦਾ। ਐਵੇਂ ਹਿਰਦੇ ਵਿੱਚ ਜੋ ਕਥਿਆ ਨਾ ਜਾਣ ਵਾਲਾ ਬੜਾ ਡੂੰਘਾ ਸੁਖ ਹੈ, ਉਹ ਇਹਨੂੰ ਆ ਗਿਆ। ਉਸ ਸੁਖ ਨੂੰ ਜਾਣ ਕਰਕੇ ਵੀ ਹੁਣ ਕੀ ਬੋਲੀਏ। ਭਾ ਆਨੰਦ ਮੁਕੰ ਮਠਿਆਈ। ਜਿਵੇਂ ਕੋਈ ਗੂੰਗਾ ਬੜੀ ਮਠਿਆਈ ਖਾ ਲਵੇ, ਬਹੁਤੀ ਮਠਿਆਈ ਖਾ ਕੇ ਉਹ ਆਨੰਦ ਖੁਸ਼ ਹੋ ਜਾਂਦਾ। ਉਹਨੂੰ ਪੁੱਛੋ ਤੇ ਵਿਚਾਰਾ ਮੂੰਹ ਨਹੀਂ ਕੁਝ ਕਹਿ ਸਕਦਾ, ਦੱਸ ਨਹੀਂ ਸਕਦਾ। ਕਹੋ ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੈਸੇ ਗੂੰਗੇ ਕੀ ਮਠਿਆਈ, ਵੀ ਗੂੰਗੇ ਨੂੰ ਪੁੱਛੋ ਹਾਂ ਕਿਵੇਂ ਸਵਾਦ ਹੈ, ਤੇ ਉਹ ਵਿਚਾਰਾ ਦੱਸ ਨਹੀਂ ਸਕੇਗਾ ਆਪਣੇ ਅੰਦਰ, ਪਰ ਉਹ ਪੂਰਾ ਖੁਸ਼ ਹੈ। ਜਿਵੇਂ ਗੂੰਗਾ ਮਠਿਆਈ ਖਾ ਕੇ ਖੁਸ਼ ਹੋ ਜਾਂਦਾ ਹੈ, ਇਵੇਂ ਬ੍ਰਹਮ ਆਨੰਦ ਰੂਪੀ ਮਠਿਆਈ ਨੂੰ ਖਾ ਕੇ ਇਹ ਗੋਪਾਲ ਪਾਂਦਾ ਤੇ ਆਨੰਦ ਹੋ ਗਿਆ ਹੈ। ਆਨੰਦ ਮਸਤ ਆਪਣੇ ਮੌਜ ਵਿੱਚ ਹੋ ਗਿਆ ਹੈ। ਤਤ ਬੇਤਨ ਕੀ ਪਦਵੀ ਪਾਈ। ਗੁਰੂ ਪਾਸੋਂ ਉਪਦੇਸ਼ ਲੈ ਕੇ ਜਿਹੜੇ ਤਤ ਬੇਤੇ, ਤਤ ਕਹੀਏ ਬ੍ਰਹਮ, ਵੇਤੇ ਕਹੀਏ ਜਾਣਨ ਵਾਲੇ, ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਬ੍ਰਹਮ ਗਿਆਨੀ ਹੈ, ਉਹ ਪਦਵੀ
ਗੋਪਾਲ ਪਾਂਦੇ ਨੇ ਪਾ ਲਈ ਅਗਿਆਨੀਆਂ ਵਾਲੀ, ਉੱਚ ਪਦਵੀ ਪਾ ਲਈ ਹੈ। ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਬ੍ਰਹਮ ਗਿਆਨੀ ਹੋ ਗਿਆ ਗੋਪਾਲ ਪਾਂਧਾ। ਗੁਰੂ ਸਾਹਿਬ ਜੀ ਨੇ ਗੋਪਾਲ ਪਾਂਧੇ ਨੂੰ ਉਪਦੇਸ਼ ਦੇਣ ਦੇ ਕਰਕੇ ਹੀ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਮਨ ਦੇ ਰਾਹੀਂ ਫੁਰਨਾ ਕਰਾਇਆ, ਪ੍ਰੇਰਿਆ, ਅਤੇ ਉਹ ਪ੍ਰੇਰਨਾ ਹੋਈ, ਮਨ 'ਚ ਆਇਆ ਫੁਰਨਾ ਵੀ ਗੁਰੂ ਨਾਨਕ ਸਾਹਿਬ ਜੀ ਵੱਡੇ ਹੋ ਗਏ ਹੈ ਅਤੇ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ। ਗੋਪਾਲ ਪਾਂਧੇ ਪਾਸ ਲਿਆਂਦਾ। ਸਤਿਗੁਰ ਜੀ ਪਹਿਲੇ ਦਿਨ ਪੜ੍ਹੇ ਹੈ, ਦੂਸਰੇ ਦਿਨ ਚੁੱਪ ਕਰ ਰਹੇ ਹੈ। ਗੋਪਾਲ ਪਾਂਧਾ ਥੋੜ੍ਹਾ ਤਾੜਦਾ ਹੈ, ਕਹਿੰਦਾ ਵੀ ਕਿਉਂ ਨਹੀਂ ਤੁਸੀਂ ਆ ਪਟਵਾਰ ਪੁਣੇ ਦਾ ਲੇਖਾ ਜੋਖਾ ਪੜ੍ਹਦੇ? ਆ ਤੁਹਾਡੇ ਪਿਤਾ ਜੀ ਹੈ ਉਹ ਪਟਵਾਰੀ ਬਣੇ ਆ, ਪੜ੍ਹ ਲਿਖ ਕੇ ਬਣੇ ਆ। ਜੇ ਹੁਣ ਤੁਸੀਂ ਨਹੀਂ ਪੜ੍ਹੋਗੇ ਕਿਵੇਂ ਤੁਸੀਂ ਇਹ ਜਿਹੜਾ ਲੇਖਾ ਜੋਖਾ ਕਰ ਸਕੋਗੇ? ਹਿਸਾਬ ਕਿਤਾਬ ਤੁਹਾਡੇ ਦੇ ਕੰਮ ਹੀ ਇਹ ਹੈ ਪਰਿਵਾਰ ਦਾ ਵੀ ਲੇਖਾ ਜੋਖਾ ਕਰਨਾ। ਤੁਸੀਂ ਅੱਜ ਪੜ੍ਹੋਗੇ ਤੁਹਾਡੇ ਕੰਮ ਆਵੇਗਾ ਵੱਡੇ ਹੋਇਆਂ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਪਦੇਸ਼ ਕੀਤਾ, ਗੋਪਾਲ ਪਾਂਧੇ ਨੂੰ ਨਿਹਾਲ ਕੀਤਾ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਇੱਥੇ ਇੱਕ ਸ਼ਬਦ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 2 ਸ਼ਬਦ ਆਉਂਦੇ ਆ, ਸ੍ਰੀ ਰਾਗ ਦਾ ਤੀਸਰਾ ਸ਼ਬਦ ਅਤੇ ਇੱਕ 6ਵਾਂ ਸ਼ਬਦ। ਇਹਨਾਂ ਦੋਵਾਂ ਸ਼ਬਦਾਂ ਦੇ ਰਾਹੀਂ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੋਪਾਲ ਪਾਂਧੇ ਨੂੰ ਉਪਦੇਸ਼ ਕੀਤਾ ਸੀ। ਜਿਸ ਵਕਤ ਗੋਪਾਲ ਪਾਂਧੇ ਨੂੰ ਇਹ ਉਪਦੇਸ਼ ਕੀਤਾ ਅਤੇ ਹੋਰ ਇੱਕ ਗੁਰੂ ਜੀ ਨੇ ਸ਼ਬਦ ਉਚਾਰਿਆ ਸੀ। ਗੋਪਾਲ ਪਾਂਧਾ ਕਹਿੰਦਾ ਸੀ ਕਿ ਨਾਨਕ ਜੀ, ਇਹ ਬੱਚੇ ਵਿਦਿਆਰਥੀ ਤੂੰ ਕਿਉਂ ਨਹੀਂ ਪੜ੍ਹਦਾ ਹੈ? ਕੱਲ੍ਹ ਤੇ ਤੂੰ ਡਿਊੜ ਦਾ ਪਹਾੜਾ, 3.5 ਦਾ ਪਹਾੜਾ ਜਿਵੇਂ ਸਾਨੂੰ ਆਉਂਦੇ, ਜਿਵੇਂ ਕਹਿੰਦੇ ਮਗਰ ਸੁਣਾਉਂਦਾ ਸੀ, ਅੱਜ ਕੋ ਚੁੱਪ ਹੋ ਗਿਆ ਹੈ। ਤੁਹਾਨੂੰ ਲੇਖਾ ਜੋਖਾ ਪੜ੍ਹਨਾ ਚਾਹੀਦਾ, ਹਿਸਾਬ ਕਿਤਾਬ। ਤੁਹਾਡੇ ਪਿਤਾ ਜੀ ਇਹੀ ਕੰਮ ਕਰਦੇ ਹੈ। ਤੁਸੀਂ ਅੱਜ ਪੜ੍ਹ ਲਿਖ ਜਾਓਗੇ ਅਤੇ ਤੁਸੀਂ ਵੀ ਪਟਵਾਰੀ ਚੰਗੇ ਲੱਗੋਗੇ, ਚੰਗੀ ਮਾਇਆ ਜਿਹੜੀ ਕਮਾਓਗੇ। ਗੁਰੂ ਸਾਹਿਬ ਜੀ ਕਹਿੰਦੇ ਗੋਪਾਲ ਪਾਂਧੇ ਜਿਹੜੇ ਲੇਖੇ ਜੋਖੇ ਇੱਥੇ ਪੜ੍ਹਨੇ ਆ ਹਿਸਾਬ ਕਿਤਾਬ, ਅਤੇ ਇਹਨਾਂ ਕਰਕੇ ਜੇ ਠੱਗੀਆਂ ਠੋਰੀਆਂ, ਜੀਵ ਵੱਧ ਘੱਟ ਬੋਲਦਾ, ਮਾਰਦਾ, ਘੱਟ ਵੱਧ ਮਿਹਨਤੀਆਂ ਕਰਦਾ, ਅਤੇ ਉੱਥੇ ਉਹ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਫਿਰ ਉੱਥੇ ਖਿਆਈ ਹੁੰਦੀ ਇਹਨੂੰ, ਕਹਿੰਦਾ ਠੀਕ ਹੈ ਮਹਾਰਾਜ ਤੁਹਾਡਾ ਬਚਨ ਬਰਾਬਰ ਹੈ, ਪਰ ਫਿਰ ਵੀ ਤੁਹਾਨੂੰ ਇਹ ਲੇਖੇ ਦਾ ਹਿਸਾਬ ਕਿਤਾਬ ਲਿਖਣਾ ਜ਼ਰੂਰੀ ਹੈ, ਸਿੱਖਣਾ ਜ਼ਰੂਰੀ ਹੈ। ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਸ੍ਰੀ ਰਾਗ ਮਹੱਲਾ ਪਹਿਲਾ। ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ, ਲਿਖੈ ਵਾਟ ਚਲਾਈ ਹੈ, ਲਿਖੈ ਸੁਣਵੈ ਖਾਓ, ਲਿਖੇ ਸਾਹ ਲਵਾਹੀ ਹੈ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋਹ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਇਹ ਗੁਰੂ ਜੀ ਨੇ ਉਪਦੇਸ਼ ਕੀਤਾ ਗੋਪਾਲ ਪਾਂਧੇ। ਅਸੀਂ ਕੀ ਲੇਖਾ ਸਿੱਖਣਾ ਹੈ, ਕੀ ਹਿਸਾਬ ਕਿਤਾਬ ਸਿੱਖਣਾ ਹੈ? ਕਹਿੰਦਾ ਮਹਾਰਾਜ ਕਿਉਂ? ਗੁਰੂ ਸਾਹਿਬ ਜੀ ਕਹਿੰਦੇ ਕਿ ਗੋਪਾਲ ਪਾਂਧਾ ਜੀ, ਆਹ ਹਿਸਾਬ ਕਿਤਾਬ ਵਿੱਚ ਤੇ ਸਾਰਾ ਕੁਝ ਹੋ ਰਿਹਾ ਹੈ। ਕਹਿੰਦਾ ਕੀ ਹੋ ਰਿਹਾ ਮਹਾਰਾਜ, ਸਾਨੂੰ ਵੀ ਸਮਝਾਓ। ਗੁਰੂ ਜੀ ਕਹਿੰਦੇ ਲਿਖੇ ਬੋਲਣ ਬੋਲਣਾ, ਆ ਜਿਹੜਾ ਬੋਲਣਾ ਨਾ ਮੁਖ ਤੋਂ ਕੋਈ ਬਚਨ, ਇਹ ਸਾਰਾ ਹਿਸਾਬ ਕਿਤਾਬ ਵਿੱਚ ਹੈ। ਇਹ ਉੱਥੇ ਲਿਖਿਆ ਜਾ ਰਿਹਾ ਅਤੇ ਹਿਸਾਬ ਕਿਤਾਬ ਦੇ ਵਿੱਚ ਜਿਹੜਾ ਉੱਥੇ ਲੇਖ ਪਏ ਉਹਦੇ ਹਿਸਾਬ ਕਿਤਾਬ ਨਾਲ ਬੋਲਿਆ ਜਾ ਰਿਹਾ ਹੈ। ਅੱਜ ਜਿੱਦਣ ਲੇਖਾ ਖਤਮ ਹੋ ਗਿਆ ਫਿਰ ਨਹੀਂ ਕੋਈ ਬੋਲ ਸਕੂਗਾ, ਉੱਥੇ ਉਹਦਾ ਮੂੰਹ ਜਿਹੜਾ ਬੰਦ ਹੋ ਜਾਊ ਉੱਥੇ ਹੀ, ਜਦੋਂ ਲੇਖਾ ਖਤਮ ਹੋ ਗਿਆ। ਇਹ ਹਿਸਾਬ ਕਿਤਾਬ ਵਿੱਚ ਚੱਲ ਰਿਹਾ ਹੈ। ਲਿਖੈ ਖਾਣਾ ਖਾਓ, ਆ ਜਿਹੜਾ ਖਾਣਾ ਖਾਣਾ ਹੈ ਨਾ, ਭੋਜਨ ਖਾਣਾ ਹੈ, ਇਹ ਵੀ ਲੇਖੇ ਵਿੱਚ ਹੀ ਹੈ। ਉੱਥੇ ਲਿਖਿਆ ਹੋਇਆ ਹਿਸਾਬ ਕਿਤਾਬ, ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਤੂੰ ਰੋਟੀ ਖਾਏਗਾ, ਇਹ ਹਿਸਾਬ ਕਿਤਾਬ ਹੋ ਰਿਹਾ ਹੈ। ਲਿਖੈ ਖਾਣਾ ਖਾਓ, ਲਿਖੇ ਵਾਟ ਚਲਾਈ ਹੈ, ਆ ਜਿਹੜਾ ਚੱਲਣਾ ਹੈ ਨਾ, ਸੜਕਾਂ 'ਤੇ ਤੁਰਨਾ, ਪੈਰਾਂ ਨਾਲ ਤੁਰਨਾ, ਇੱਧਰ ਉੱਧਰ ਜਾਣਾ, ਵੀ ਲੇਖੇ ਹਿਸਾਬ ਕਿਤਾਬ ਵਿੱਚ ਹੀ ਹੈ। ਲੇਖੇ ਸੁਣਵੇ ਖਾਓ, ਲੇਖੇ ਵਿੱਚ ਹੀ ਆ ਸੁਣਨਾ ਹੈ, ਜਿਹੜਾ ਸੁਣ ਰਹੇ ਹਾਂ। ਹਿਸਾਬ ਕਿਤਾਬ ਵਿੱਚ ਹੀ ਆ ਵੇਖਣਾ ਹੈ, ਜਿਹੜਾ ਅੱਖਾਂ ਨਾਲ ਵੇਖ ਰਹੇ ਹਾਂ। ਲੇਖਾ ਸਾਹ ਲਵਾਈ ਹੈ, ਆ ਲੇਖਿਆਂ ਵਿੱਚ ਹੀ ਸਾਹ ਅੰਦਰ ਬਾਹਰ ਜਾ ਰਹੇ ਹੈ। ਜਦੋਂ ਲੇਖਾ ਪੂਰਾ ਹੋ ਗਿਆ, ਸਾਹ ਨਾ ਅੰਦਰ ਜਾਣਾ ਨਾ ਬਾਹਰ ਆਉਣਾ, ਉੱਥੇ ਸਾਹ ਸਮਾਪਤ। ਲੇਖੇ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਗੋਪਾਲ ਪਾਂਧਾ ਜੀ,
ਜੇ ਮੇਰੇ ਬਚਨਾਂ ਤੇ ਤੁਹਾਨੂੰ ਭਰੋਸਾ ਨਹੀਂ ਹੈ ਨਾ, ਜਿਹੜੇ ਕੋਈ ਪੜ੍ਹੇ ਲਿਖੇ ਪੰਡਿਤ ਹੈ ਨਾ, ਉਹਨਾਂ ਤੋਂ ਪੁੱਛਣ ਜਾਓ, ਉਹਨਾਂ ਨੂੰ ਪੁੱਛੋ ਵੀ ਲੇਖੇ ਵਿੱਚ ਹੈ ਕਿ ਨਹੀਂ ਹੈ। ਤੁਸੀਂ ਕਹਿੰਦੇ ਹੋ ਲੇਖਾ ਜੋਖਾ ਸਿੱਖ ਲਓ ਨਾਨਕ ਜੀ, ਆ ਚੰਗੀ ਮਾਇਆ ਕਮਾਓਗੇ, ਪਰ ਮਹਾਰਾਜ ਕਹਿੰਦੇ ਜਿਹੜਾ ਲੇਖਾ ਜੋਖਾ ਦੁਨੀਆ ਦੇ ਲਿਖਣਾ ਜੁਖਣਾ ਹੈ, ਇਹ ਹਿਸਾਬ ਕਿਤਾਬ ਪੜ੍ਹਾਈ ਪੜ੍ਹਨੀ ਹੈ, ਤੇ ਬਾਬਾ ਮਾਇਆ ਰਚਨਾ ਧੋਹੋ। ਇਹ ਬਜ਼ੁਰਗਾ ਇਹ ਤੇ ਮਾਇਆ ਦਾ ਜਿਹੜੀ ਛਲ ਲੈਣ ਵਾਲੀ ਹੈ ਨਾ, ਉਹਦਾ ਸਾਰਾ ਪਸਾਰਾ ਹੈ, ਮਾਇਆ ਇਕੱਠੀ ਕਰਨ ਦਾ। ਅੰਧੇ ਨਾਮ ਵਿਸਾਰਿਆ, ਇਹ ਜੀਵ ਨੇ ਉਹ ਲੇਖੇ ਜੋਖਿਆਂ ਦੀ ਪੜ੍ਹਾਈ ਵਿੱਚ ਜਿਹੜਾ ਨਾਮ ਵਿਸਾਰ ਦਿੱਤਾ ਪਰਮੇਸ਼ਰ ਦਾ, ਨਾ ਤਿਸ ਇਹ ਨਾ ਉਹ, ਨਾ ਤੇ ਉਹਨੂੰ ਇੱਥੇ ਸੁੱਖ ਪ੍ਰਾਪਤ ਹੋਵੇਗਾ, ਨਾ ਉਹਨੂੰ ਅੱਗੇ ਪ੍ਰਾਪਤ ਹੋਵੇਗਾ। ਜਾਂ ਵੀ ਇੱਥੇ ਉਹ ਠੱਗੀਆਂ ਠੋਰੀਆਂ ਮਾਰ ਕੇ ਸੁੱਖ ਤੇ ਭਾਵੇਂ ਲੈ ਰਿਹਾ ਹੈ, ਉਹਦਾ ਇੱਥੇ ਜਿਹੜਾ ਜਨਮ ਉਹ ਵੀ ਜਿਹੜਾ ਵਿਅਰਥ ਚਲਾ ਗਿਆ ਹੈ, ਅੱਗੇ ਪਰਲੋਕ ਵਿੱਚ ਵੀ ਉਹ ਦੁੱਖ ਹੀ ਪਾਵੇਗਾ। ਇਸ ਕਰਕੇ ਹਿਸਾਬ ਕਿਤਾਬ ਜੇ ਪੜ੍ਹਨਾ ਹੈ ਤੇ ਗੋਪਾਲ ਪਾਂਦਾ ਜੀ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਲੇਖਾ ਲਿਖ ਪਰਮੇਸ਼ਰ ਦੇ ਨਾਮ ਦੇ ਸੰਬੰਧ ਵਿੱਚ, ਇਹ ਹਿਸਾਬ ਕਿਤਾਬ ਲਿਖੋ ਦੀ ਸਿਫਤ ਦੇ ਵਿੱਚ। ਬਾਬਾ ਇਹੋ ਲੇਖਾ ਲਿਖ ਜਾਣ, ਬਜ਼ੁਰਗ ਗੋਪਾਲ ਪਾਂਦੇ ਇਹ ਲੇਖਾ ਲਿਖ ਤੂੰ ਜਾਣ, ਜਿੱਥੇ ਲੇਖਾ ਮੰਗੀਏ, ਜੇ ਸੱਚੀ ਦਰਗਾਹ ਵਿੱਚ ਲੇਖਾ ਪੁੱਛਿਆ ਜਾਵੇਗਾ, ਮੰਗਿਆ ਜਾਵੇਗਾ ਹਿਸਾਬ ਕਿਤਾਬ, ਤੇ ਉੱਥੇ ਤੇਰੇ ਕੋਈ ਸੱਚਾ ਨਿਸ਼ਾਨ ਟੋਂਬੂ ਹੋਊਗਾ, ਇਹ ਪਹਿਚਾਣ ਪੱਤਰ ਚੰਗਾ ਤੇਰੇ ਪਾਸ ਹੋਊਗਾ। ਫਿਰ ਉੱਥੇ ਕੋਈ ਪੁੱਛ ਗਿੱਛ ਨਹੀਂ ਕਰਨਗੇ, ਉੱਥੇ ਤੇ ਵਡਿਆਈਆਂ ਮਿਲਣਗੀਆਂ। ਬਾਕੀ ਜਿਹੜੇ ਇੱਥੇ ਲੋਕ ਹੈ ਪਾਤਸ਼ਾਹ ਨਾਮ ਰਖਾਏ ਹੋਏ, ਜਿਨ੍ਹਾਂ ਦੇ ਸਰਦਾਰ ਸਾਹਿਬ ਜੀ ਨਾਮ ਵੱਜਦਾ, ਆਓ ਸਰਦਾਰ ਸਾਹਿਬ ਜੀ, ਤੇ ਉਹ ਤੇ ਉੱਥੇ ਜਾ ਕੇ ਔਖੇ ਹੋਣਗੇ। ਇਹ ਤੇ ਆਮ ਹੀ ਗੱਲਾਂ ਸਾਧ ਸੰਗਤ ਜੀ, ਇਹ ਸਾਡਾ ਆਪਣਾ ਬੋਲ ਬਚਨ ਹੈ। ਵੇਖੋ ਜੀ, ਉਹ ਤੇ ਕਿਤੇ ਗੁਰੂ ਘਰ ਵੜਿਆ ਤੱਕ ਨਹੀਂ ਹੈ, ਆ ਕੋਠੀਆਂ ਪਈਆਂ ਹੋਈਆਂ ਹੈ, ਆ ਮੌਜਾਂ ਮਾਣਦੇ ਹੈ, ਮਾੜੇ ਕੰਮ ਕਰਦੇ ਹੈ, ਕੋਈ ਪਰਵਾਹ ਨਹੀਂ ਹੈ, ਤੇ ਕਿੰਨਾ ਸੁੱਖ ਮਾਣ ਰਹੇ ਉਹ ਲੋਕ। ਆਹੀ ਰੋਜ਼ ਗੁਰੂ ਘਰ ਆਉਂਦੇ, ਕਿੰਨੇ ਤੰਗ ਹਾਂ, ਕਿੰਨੇ ਪਰੇਸ਼ਾਨ ਹਾਂ, ਸਾਡੀ ਤੇ ਕਿਤੇ ਪਰਮਾਤਮਾ ਸੁਣਦਾ ਨਹੀਂ ਹੈ। ਪਰ ਅਸਲ ਵਿੱਚ ਸਾਧ ਸੰਗਤ ਜੀ, ਉਹ ਜਿਹੜੇ ਜਿਵੇਂ ਹੁਣ ਤੁਸੀਂ ਆ ਰਹੇ ਹੋ, ਅਸੀਂ ਆ ਰਹੇ ਹਾਂ, ਹੁਣ ਸੇਵਾ ਭਗਤੀ ਕਰਾਂਗੇ, ਤੇ ਉਹਨਾਂ ਨੂੰ ਵੇਖ ਕੇ ਸਾਡੇ ਵਾਸਨਾ ਜਾਗਦੀ ਹੈ ਨਾ, ਮਹਾਰਾਜ ਉਹ ਕਿੰਨੇ ਸੁਖੀ ਹੈ, ਕਿਤੇ ਅਸੀਂ ਵੀ ਸੁੱਖ ਵੇਖਾਂਗੇ ਕਿ ਨਹੀਂ ਵੇਖਾਂਗੇ। ਉਹ ਇੱਛਾ ਜਾਗੀ ਹੈ। ਜਿਸ ਦਿਨ ਮਰ ਗਏ, ਉਹ ਭਗਤੀ ਜਿਹੜੀ ਸੇਵਾ ਕੀਤੀ, ਉਹਦਾ ਫਲ ਹੀ ਉਹ ਸੁੱਖ ਮਿਲਣਾ ਹੈ। ਉਹ ਸੁੱਖ ਮਿਲੂਗਾ, ਫਿਰ ਅਸੀਂ ਵੀ ਉਸੇ ਤਰ੍ਹਾਂ ਕਰਾਂਗੇ, ਫਿਰ ਅਸੀਂ ਵੀ ਗੁਰੂ ਘਰ ਵੜਾਂਗੇ, ਫਿਰ ਅਸੀਂ ਵੀ ਜਿਸ ਦਿਨ ਜਾਵਾਂਗੇ ਹੱਥ ਝਾੜ ਕੇ, ਫਿਰ ਉਹ ਜੂਨਾਂ 'ਚ ਪੈਣਾ ਪਵੇਗਾ, ਕੰਗਲੇ ਕੰਗਾਲ ਅਤੇ ਜੂਨਾਂ 'ਚ ਪਵਾਂਗੇ। ਉਹ ਜਿਹੜੇ ਇਹ ਸੁੱਖ ਆਨੰਦ ਹੈ, ਗੁਰੂ ਸਾਹਿਬ ਜੀ ਨੇ ਤੇ ਗੋਪਾਲ ਪਾਂਦੇ ਨੂੰ ਕਿਹਾ ਹੀ ਹੈ ਕਿ ਗੋਪਾਲ ਪਾਂਦਾ ਜੀ, ਇਹ ਸਰਦਾਰੀਆਂ ਹੈ, ਜਿਹੜੀਆਂ ਮੌਜ ਮਸਤੀਆਂ, ਇਹ ਥੋੜ੍ਹੇ ਦਿਨਾਂ ਦੇ ਆਨੰਦ ਹੈ, ਅੰਤ ਨੂੰ ਇਹ ਆਨੰਦ ਨਹੀਂ ਰਹਿਣਗੇ। ਜਿਹੜੇ ਭਗਤੀ ਸਿਮਰਨ ਕਰਦੇ ਹੈ, ਉਹਨਾਂ ਦਾ ਛੁਟਕਾਰਾ ਐਵੇਂ ਹੋ ਜਾਂਦਾ ਸੰਤਾਂ ਦਾ, ਉਹਨਾਂ ਨੂੰ ਭਾਵੇਂ ਲੋਕ ਵੇਖਦੇ ਵੀ ਤੇ ਦੁਖੀ ਬੜਾ ਹੈ, ਵਿਚਾਰੇ ਦਾ ਘਰ ਟੁੱਟਾ ਹੈ, ਕੱਪੜਾ ਤੇੜ ਚੰਗਾ ਨਹੀਂ ਹੈ, ਇਹ ਕੀ ਨਾਮ ਜਪਦਾ, ਇਹ ਤਾਂ ਸਗੋਂ ਔਖਾ ਹੀ ਹੋ ਗਿਆ ਨਾਮ ਜਪ ਕੇ। ਪਰ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਨਾਮ ਸਿਮਰਨ ਭਗਤੀ ਕਰਦੇ ਹੈ, ਉਹਦਾ ਫਲ ਬੜਾ ਕੀ ਹੁੰਦਾ ਹੈ। ਜਿਹੜੇ ਸੰਚਿਤ ਕਰਮ ਹੈ ਨਾ, ਪਿਛਲੇ ਪਏ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮ, ਜਿਹੜੇ ਹੁਣ ਭਗਤੀ ਕਰਾਂਗੇ ਪੂਰੀ ਬਿਨਾਂ ਇੱਛਾ ਤੋਂ ਹੋ ਕੇ। ਇੱਕ ਤਾਂ ਹੈ ਨਾ ਕਾਮਨਾ, ਜਿਹੜੀ ਕਾਮਨਾ ਕਰਨੀ ਉਹ ਤਾਂ ਫਿਰ ਜਨਮ ਹੀ ਦਊਗੀ, ਫਿਰ ਜਨਮ ਹੋਊਗਾ। ਜੇ ਕਾਮਨਾ ਕਰਕੇ ਸੇਵਾ ਕੀਤੀ, ਗੁਰੂ ਦੀ ਭਗਤੀ ਕੀਤੀ, ਉਹਦੇ ਨਾਲ ਜਨਮ ਹੋਣਾ ਹੈ। ਜਿਨ੍ਹਾਂ ਨੇ ਸੇਵਾ ਕਰੀ ਗਏ ਚੁੱਪ ਕਰਕੇ, ਮੰਗਿਆ ਮਹਾਰਾਜ ਕੋ ਕੁਝ ਵੀ ਨਹੀਂ, ਸ਼ਾਂਤੀ ਨਾਲ ਸੇਵਾ ਕਰੀ ਗਏ, ਪਿਛਲੇ ਜਿਹੜੇ ਕੀਤੇ ਹੋਏ ਕਰਮ ਹੈ ਸੰਚਿਤ ਇਕੱਠੇ ਹੋਏ, ਉਹ ਉਹਨਾਂ ਦੇ ਨਾਸ ਹੋ ਜਾਂਦੇ ਹੈ। ਅਤੇ ਜਿਹੜਾ ਉਹ ਕਰਮ ਪ੍ਰਾਲਬਧ ਬਣ ਕੇ ਇੱਕ ਜਿਹੜਾ ਉੱਭਰਿਆ ਹੈ ਕਰਮ, ਉਹਦੇ ਕਰਕੇ ਜਨਮ ਮਿਲਿਆ ਹੈ, ਜਿਸ ਨੂੰ ਭੋਗਣਾ ਹੈ, ਜਿਸ ਭੋਗਣ ਵਾਸਤੇ ਸਰੀਰ ਮਿਲਿਆ ਹੈ,
ਉਹ ਸੰਤ ਭਗਤੀ ਕਰੀ ਜਾਂਦੇ ਆ। ਤੇ ਇਹ ਜਿਹੜਾ ਜਨਮ ਮਿਲਿਆ ਜਿਹਦੇ ਕਰਮ ਨੂੰ ਭੋਗਣ ਵਾਸਤੇ, ਉਹ ਤੇ ਭੋਗਣਾ ਹੀ ਪੈਣਾ ਹੈ ਸਾਧ ਸੰਗਤ ਜੀ। ਉਹ ਜਦੋਂ ਭੋਗਿਆ ਜਾਂਦਾ ਹੈ, ਬੰਦਗੀ ਬੰਦਾ ਕਰੀ ਜਾਂਦਾ ਹੈ, ਚੁੱਪ ਕੀਤਾ, ਗੁਰੂ ਕੋ ਮੰਗਦਾ ਕੱਖ ਨਹੀਂ। ਜਿਹੜਾ ਜਿਹਦੇ ਕਰਕੇ ਜਨਮ ਧਾਰਿਆ ਉਹ ਭੋਗਿਆ ਮੁੱਕ ਜਾਣਾ ਹੈ। ਪਿਛਲੇ ਕਰਮ ਭਗਤੀ ਕੀਤਾ ਉੱਦਾਂ ਨਸ਼ਟ ਹੋ ਜਾਣੇ ਹੈ, ਤੇ ਗਾਂਹ ਕੀਤਿਆਂ ਦਾ ਜਿਹੜੇ ਕੀਤੀ ਭਗਤੀ ਉਹਦੇ ਕਰਕੇ ਮੁਕਤੀ ਹੋ ਜਾਂਦੀ ਹੈ। ਇਵੇਂ ਉਹ ਮੁਕਤ ਹੋ ਜਾਂਦੇ ਆ। ਤੇ ਅਸੀਂ ਕਹਿੰਦੇ ਆ ਨਾ, ਉਹ ਵੇਖੋ ਜੀ, ਉਹ ਸੰਤ ਸੀ, ਨਾਮ ਜਪਦਾ ਸੀ, ਆ ਮਰ ਲੱਗਿਆ ਬੜਾ ਔਖਾ, 2 ਮਹੀਨੇ ਨਹੀਂ ਉਹ ਮੰਜੀ ਤੋਂ ਉੱਠਿਆ ਹੈ। ਪਰ ਉਹਨਾਂ ਦਾ ਸਾਧ ਸੰਗ ਜਿਹੜਾ ਲੇਖਾ ਜੋਖਾ ਹੈ ਨਾ, ਉਹ ਇੱਥੇ ਮੁੱਕ ਜਾਂਦਾ ਹੈ, ਇੱਥੇ ਖਤਮ ਹੋ ਜਾਂਦਾ ਉਹਨਾਂ ਦਾ, ਸਿਮਰਨ ਵਾਲਿਆਂ ਦਾ। ਦੂਜਿਆਂ ਦਾ ਨਹੀਂ ਸਮਝ ਲੈਣਾ ਕਿ ਉਹ ਫਲਾਣਾ ਬੜਾ ਮੰਜੀ 'ਤੇ ਪੈ ਕੇ ਮਰ ਗਿਆ ਤੇ ਉਹ ਮੁੱਕ ਗਿਆ ਹੈ ਲੇਖਾ। ਜੇ ਉਹਨੇ ਭਗਤੀ ਨਹੀਂ ਕੀਤੀ, ਲੇਖਾ ਕੋਈ ਨਹੀਂ ਮੁੱਕਿਆ। ਜਿਹੜੇ ਉਹ ਮੌਤ, ਜਿਹੜੇ ਉਹਨੇ ਜਨਮ ਧਾਰਿਆ ਸੀ ਨਾ, ਜਿਸ ਨੂੰ ਸਜ਼ਾ ਪਾਉਣ ਵਾਸਤੇ, ਉਹ ਉਹਨੇ ਪਾ ਲਈ ਹੈ, ਤੇ ਜਨਮ ਉਹਦਾ ਫੇਰ ਹੋਣਾ ਹੈ। ਜਾਂ ਤੇ ਜੂਨ ਪਾਊਗਾ, ਤੇ ਜਾਂ ਮਨੁੱਖਾ ਜੂਨ ਪਾਊ, ਤੇ ਫਿਰ ਕੰਗਲਾ ਕੰਗਾਲ ਹੋ ਕੇ ਆਊ। ਤੇ ਜਿਹੜਾ ਸਿਮਰਨ ਵਾਲਾ ਹੈ, ਸੰਤ ਮਹਾਂਪੁਰਸ਼, ਭਗਤੀ ਕਰਨ ਵਾਲਾ, ਉਹਦੇ ਕੀਤੇ ਹੋਏ ਜਿਹੜੇ ਪਿਛਲੇ ਕਰਮ ਉਹ ਨਸ਼ਟ ਹੋ ਜਾਂਦੇ ਸਿਮਰਨ ਨਾਲ। ਐਸੀ ਪਰਮੇਸ਼ਰ ਦੇ ਨਾਮ 'ਚ ਸ਼ਕਤੀ ਹੈ। ਤੇ ਜਿਸ ਕਰਮ ਨੂੰ ਭੋਗਣ ਵਾਸਤੇ ਸਰੀਰ ਮਿਲਿਆ, ਉਹ ਤੇ ਉਹ ਭੋਗ ਹੀ ਰਿਹਾ ਹੈ, ਅੱਗੇ ਉਹਦਾ ਕੋਈ ਜਨਮ ਹੋਣਾ ਕੋਈ ਨਹੀਂ। ਇਵੇਂ ਪਰਮਾਤਮਾ ਦਾ ਨਾਮ ਮਹਾਨ ਹੈ। ਜਿਵੇਂ ਭਾਈ ਭਗਤੂ ਜੀ ਸਨ, ਉਹ ਅੰਤ ਸਮੇਂ ਉਹਨਾਂ ਨੂੰ ਬੜੀਆਂ ਜਿਹੜੀਆਂ ਉਛਾਲੀਆਂ ਉਲਟੀਆਂ ਜਿਹੀਆਂ ਆ ਰਹੀਆਂ ਹੈ, ਤੇ ਉਹ ਵੇਖ ਕੇ ਲੋਕ ਕਹਿੰਦੇ ਆ, ਮਹਾਰਾਜ ਵੇਖੋ ਤੁਹਾਡਾ ਐਡਾ ਸਿੱਖ ਇੰਨੀ ਸੇਵਾ ਕਰਦਾ, ਕਿੰਨਾ ਇਹ ਔਖਾ ਹੋ ਰਿਹਾ ਹੈ। ਭਾਈ ਭਗਤੂ ਜੀ ਕਹਿਣ ਲੱਗੇ, ਭਾਈ ਇਹ ਜਿਹੜਾ ਲੇਖਾ ਜੋਖਾ ਇੱਥੇ ਖਤਮ ਕਰ ਜਾਣਾ ਹੈ, ਅੱਗੇ ਨਹੀਂ ਲੇਖਾ ਜੋਖਾ ਦਿਆਂਗੇ। ਗੁਰੂ ਸਾਹਿਬ ਜੀ ਵੀ ਕਹਿੰਦੇ, ਭਾਈ ਇਸੇ ਤਰ੍ਹਾਂ ਹੀ ਇੱਥੇ ਇਹਨਾਂ ਦਾ ਸਭ ਸਮਾਪਤ ਹੋ ਜਾਵੇਗਾ। ਇਵੇਂ ਨਾਮ ਸਿਮਰਨ ਵਾਲਿਆਂ ਦੇ ਲੇਖੇ ਜੋਖੇ ਖਤਮ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਉਹੀ ਸਿੱਖਿਆ ਗੋਪਾਲ ਪਾਂਧੇ ਦੇ ਰਾਹੀਂ ਸਾਨੂੰ ਦਿੱਤੀ ਹੈ ਕਿ ਜਿਹੜੀਆਂ ਇਹ ਪੜ੍ਹਾਈਆਂ ਹੈ, ਜੇ ਪੜ੍ਹ ਕੇ ਕੋਈ ਅਮਲ ਕੀਤਾ ਹੈ ਤੇ ਚਲੋ ਠੀਕ ਹੈ, ਕਿਸੇ ਦਾ ਭਲਾ ਕੀਤਾ ਹੈ, ਕਿਸੇ ਦਾ ਕੰਮ ਸਵਾਰਿਆ ਹੈ, ਨਾਲ ਭਜਨ ਬੰਦਗੀ ਕੀਤੀ, ਫਿਰ ਤੇ ਪੜ੍ਹਾਈ ਸਫਲ ਹੈ। ਨਹੀਂ ਤੇ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇਹ ਤੇ ਦੁਨੀਆ ਦੇ ਕੰਮ ਹੀ ਹੈ। ਪੜ੍ਹਨਾ ਤੇ ਉਹਦਾ ਪੜ੍ਹ ਕੇ ਵਿਚਾਰ ਕਰਨਾ, ਇਹ ਤੇ ਦੁਨੀਆ ਦਾ ਹੁਣ ਕਿੱਤਾ ਹੀ ਹੋ ਗਿਆ ਹੈ। ਕਈ ਤੇ ਬਹੁਤ ਆ ਜਿਹੜੇ ਪੜ੍ਹ ਲਿਖ ਜਾਂਦੇ ਹੈ, ਉਹ ਨਹੀਂ ਕਿਸੇ ਨੂੰ ਨਿਗਾਹ ਥੱਲੇ ਲਿਆਉਂਦੇ, ਨਾ ਉਹ ਸਮਝਦੇ ਹੀ ਹੈ। ਗੋਪਾਲ ਪਾਂਧਾ ਵੇਖ ਲਓ, ਇੰਨੀ ਉਮਰ ਦਾ ਹੈ, ਇੰਨਾ ਉਹ ਪੜ੍ਹਿਆ ਹੈ, ਸਭ ਤਰ੍ਹਾਂ ਦੀ ਪੜ੍ਹਾਈ ਜਾਣਦਾ ਹੈ, ਫਿਰ ਵੀ ਉਹ ਗੁਰੂ ਨਾਨਕ ਸਾਹਿਬ ਜੀ ਆ ਛੋਟੇ ਜਿਹੇ ਦਿਖ ਰਹੇ ਆ ਉਮਰ ਵਿੱਚ, 6.5 ਸਾਲ ਦੀ 6 ਸਾਲ ਦੀ, ਚਰਨੀ ਢਹਿ ਪਿਆ ਹੈ ਗੋਪਾਲ ਪਾਂਧਾ। ਮੱਥਾ ਟੇਕੀ ਜਾਂਦਾ, ਮਹਾਰਾਜ ਤੁਸੀਂ ਤੇ ਧੰਨ ਹੋ, ਤੁਸੀਂ ਤੇ ਸਾਨੂੰ ਸਿੱਧੇ ਰਾਹ ਪਾ ਦਿੱਤਾ ਹੈ। ਤੇ ਗੁਰੂ ਜੀ ਨੇ ਬਸ ਨੇਤਰ ਨਾਲ ਦੇਖਿਆ ਹੀ ਹੈ, ਨਿਗਾਹ ਮਿਹਰ ਦੀ ਨਾਲ, ਉੱਥੇ ਹੀ ਉਹ ਮਨ ਦੀ ਲਿਵ ਲੱਗ ਗਈ ਹੈ, ਤਤ ਬੇਤਿਆਂ ਦੀ ਪਦਵੀ ਪਾ ਲਈ ਹੈ। ਇਵੇਂ ਗੋਪਾਲ ਪਾਂਧੇ ਨੂੰ ਮਹਾਰਾਜ ਜੀ ਨੇ ਨਿਹਾਲ ਕੀਤਾ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਗੋਪਾਲ ਪਾਂਧੇ ਪ੍ਰਤ ਉਪਦੇਸ਼ ਪ੍ਰਸੰਗ ਵਰਣਨ ਨਾਮ ਖਸ਼ਟਮੋ ਅਧਿਆਏ। ਇੱਥੇ ਸੁਭਾਏਮਾਨ ਸ਼੍ਰੋਮਣੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਭਾਗ ਦਾ ਜਿਹੜਾ ਪਹਿਲਾ ਅੱਧਾ ਹਿੱਸਾ ਹੈ, ਉਹ ਗੋਪਾਲ ਪਾਂਧੇ ਪ੍ਰਤੀ ਜਿਹੜਾ ਗੁਰੂ ਜੀ ਨੇ ਉਪਦੇਸ਼ ਕੀਤਾ ਗਿਆਨਮਈ, ਉਸ ਗੋਪਾਲ ਪਾਂਧੇ ਦੇ ਰਾਹੀਂ ਸਾਨੂੰ ਉਪਦੇਸ਼ ਕੀਤਾ, ਉਹ ਪ੍ਰਸੰਗ ਜਿਹੜਾ ਵਰਣਨ ਕੀਤਾ ਸਤਿਗੁਰੂ ਸਾਹਿਬ ਜੀ ਨੇ, ਕਵੀ ਸਾਹਿਬ ਜੀ ਨੇ, ਭਾਈ ਬਾਲਾ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜਿਵੇਂ ਸਰਵਣ ਕਰਾਇਆ, ਜਿਸ ਦਾ ਅਧਿਆਇ 6ਵਾਂ ਅਧਿਆਇ ਹੈ, ਉਹ ਪ੍ਰਸੰਗ ਇੱਥੇ ਇਤੀ ਕਹੀਏ ਸਮਾਪਤ ਹੋਇਆ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਾਇਆ। ਜਿਵੇਂ ਗੁਰੂ ਸਾਹਿਬ ਜੀ ਅੱਗੇ ਜੀ ਕੌਤਕ ਕਰਨਗੇ, ਸ਼ਬਦ ਸ਼ਲੋਕੀ ਗੀਤਾ ਦੇ ਅਰਥ ਕਰਨਗੇ, ਉਹ ਕੱਲ੍ਹ ਦੇ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਬਹੁਰੋ ਭਇਓ ਤੂਸ਼ਣੀ ਪਾਂਦਾ,
ਉਰ ਲਖ ਕਰ ਸੁਖ ਅਕਥ ਗਾਦਾ ਭਾ ਆਨੰਦ ਮੂਕੰ ਮਠਿਆਈ ਤਤ ਬੇਤਨ ਕੀ ਪਦਵੀ ਪਾਈ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਗੋਪਾਲ ਪਾਂਦੇ ਪ੍ਰਤ ਉਪਦੇਸ਼ ਪ੍ਰਸੰਗ ਵਰਨਨੰ ਨਾਮ ਖਸਟਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ